मैडम मरियम नवाज शरीफ मतलब टोटल ओवरऑल जी शरीफ फैमिली है जी रूलर है इस टाइम पर 6,33,000 वोटर के अंदर सिर्फ 100 बंदा है। हर चीज स्ट्रगल्स ऑन द राइट पाथ, बी अ गुड मैन। ठीक है ते वेलकम टू हंसला गपशप चैनल पे। तो आज साडे नाल मौजूद है मियाँ मुराद मलकोका साहब ਜਿਹੜੇ ਕਿ ਐਡੂਕੇਟ ਵੀ ਹਨ ਤੇ ਹੁਣ ਸਿਆਸਤ ਦੇ ਵਿੱਚ ਵੀ ਆ ਰਹੇ ਹਨ ਤੇ ਆਪਾਂ ਹੁਣ ਇਹਨਾਂ ਕੋਲ ਇਹਨਾਂ ਦੇ ਵਕਾਲਤ ਦੇ ਹਵਾਲੇ ਨਾਲ ਪੁੱਛਾਂਗੇ ਤੇ ਸਿਆਸਤ 'ਚ ਆ ਰਹੇ ਹਨ ਤੇ ਉਹਨਾਂ ਦੇ ਹਵਾਲੇ ਨਾਲ। अस्सलाम वालेकुम सर, क्या हाल है? अल्हम्दुलिल्लाह। मियाँ साहब ਹੁਣ ਤੁਸੀਂ ਸਿਆਸਤ 'ਚ ਆ ਰਹੇ ਨੇ ਤੇ ਐਡੂਕੇਟ ਵੀ ਨੇ ਤੇ ਹੁਣ ਤੁਸੀਂ ਸਾਨੂੰ ਥੋੜਾ ਜਿਹਾ ਐਡੂਕੇਟ ਦੇ ਹਵਾਲੇ ਨਾਲ ਦੱਸੋ ਤੇ ਸਿਆਸਤ ਦੇ ਹਵਾਲੇ ਨਾਲ। ਤੁਸੀਂ ਐਡੂਕੇਟ ਬਣੇ ਨੇ, ਤੁਹਾਨੂੰ ਸ਼ੌਂਕ ਆ ਬਚਪਨ ਦਾ ਜਾਂ ਕਿਸੇ ਨੂੰ ਦੇਖ ਕੇ ਬਣੇ ਨੇ? नहीं, एडवोकेट बनना शौक नहीं है, बेसिकली लैगेसी है। मेरे फादर जेडे ने लॉ किया 80s के अंदर 70s के अंदर ते उन्हें प्रैक्टिस कंटिन्यू नहीं की। साढ़े दो चीज़ां होंदियां ने, या बंदा ब्यूरोक्रेसी चला जाए, जमींदार इज्जत होंदी सरकारी अफसर बन जाए, या आदे दिफा वास्ते जड़ा वकालत कर लवे LLB आदि अवाम वास्ते सारे जिवें मफादात होंदे ने सारे दे। जी ते तुहानू कितना अरसा हो गया वकालत? वकालत डिग्री मैं लई लेकिन हाली भी मैं प्रॉपर प्रैक्टिस नहीं करता वकालत दी। उनकी बस 2-3 मेन रीजनस ने कि कदे तुहानू सही साबित करने वास्ते भी कोई झूठ बोलना पैंदा ते ओ मैं मुनासिब नहीं समझदा। जी ते आपा कानून दे जेड़े आम शहरी है, जेड़ा आम पिंड वाला है, ਉਹਨੂੰ ਕਿੰਨਾ ਕੁ ਕਾਨੂੰਨ ਸਮਝ ਆਣਾ ਚਾਹੀਦਾ ਵੀ ਇਹਨੇ ਹਰ ਬੰਦੇ ਨੂੰ ਪਤਾ ਹੋਵੇ ਵੀ ਮੈਂ ਕਾਨੂੰਨ ਨਿਬੜ ਸਕਦਾ? देखो जी, जड़ा है ना तमाम तर फौजदारी दे या दीवानी दे मुकदमात या जेड़ी पाकिस्तान पीनल कोड है, जेड़े क्रिमिनल एक्ट है ने या सिविल रॉन्ग जेड़े एक्ट्स है ने, उन्हां सारिਆਂ ਦੇ ਉੱਤੇ हर शख्स ਨੂੰ सोशल मीडिया ਦੇ ਉੱਤੇ मेरा ਤਾਂ ਖਿਆਲ है कि हर चीज़ प्रोमिनेंट हैगी है। ਤੁਹਾਡਾ अगर कोई भी ਤੁਹਾਡੇ ਨਾਲ ऑफेंस ਹੁੰਦਾ है या कोई ਤੁਹਾਡੇ ਨਾਲ मामला बनता है, ठीक है, तो ਤੁਸੀਂ सोशल मीडिया ਤੇ भी सर्च करो तो पाकिस्तान पीनल कोड ਦੀ हर चीज़ ਤੁਹਾਡੇ सामने आ जासी। ਤੇ ਅੱਜ ਕੱਲ੍ਹ ਇੱਕ ਇਹ ਵੀ ਬੜਾ ਮਸਲਾ ਬਣਾ ਹੈ, ਸੋਸ਼ਲ ਮੀਡੀਆ ਤੇ ਕੋਈ ਵੀਡੀਓ ਜਿਹੜੀ ਬਣਾ ਕੇ ਬਲੈਕਮੇਲ ਕਰ ਰਹੇ ਨੇ, ਉਹਨਾਂ ਦਾ ਕੀ FIR ਹੈ ਜਾਂ ਨਹੀਂ? ਦੇਖੋ ਜੀ, ਉਹਨਾਂ ਵਾਸਤੇ 2-3 ਡਿਪਾਰਟਮੈਂਟਸ ਹੈਗੇ ਨੇ। ਇੱਕ NCCI ਹੈਗਾ ਤੇ ਸਾਈਬਰ ਕ੍ਰਾਈਮ ਹੈਗਾ, ਫਿਰ ਉਹਦੇ ਤੋਂ ਬਾਅਦ ਮੋਨੇਟਾਈਜੇਸ਼ਨ ਹੁੰਦੀ ਹੈ। ਸਰਵੇਲੈਂਸ ਪਾਕਿਸਤਾਨ ਦੇ ਅੰਦਰ ਜਿਹੜਾ ਇਦਾਰਿਆਂ ਦੀ ਰਹਿੰਦੀ ਹੈ ਲੋਕਾਂ ਦੇ ਉੱਤੇ, ਤੇ ਉਹ ਮੋਨੀਟਰਿੰਗ ਪੂਰੀ ਹੁੰਦੀ ਰਹਿੰਦੀ। ਲੇਕਿਨ ਅਗਰ ਕਿੱਥੇ ਵੀ ਵੇਖਿਆ ਜਾਵੇ ਗਲਤ ਹੁੰਦਾ ਪਿਆ ਤਾਂ ਉੱਥੇ ਇਦਾਰੇ ਦਿਫਾ ਕਰਦੇ ਨੇ, ਲੋਕਾਂ ਦਾ, ਮਜ਼ਲੂਮਾਂ ਦਾ ਦਿਫਾ ਕਰਦੇ ਨੇ। ਜੀ ਤੇ ਹੁਣ ਤੁਸੀਂ ਇਹ ਦੱਸੋ ਵੀ ਇਹ ਜਿਹੜੇ ਹੁਣ ਨੌਜਵਾਨ ਜਿਹੜੇ ਨੇ ਉਹ ਵਕਾਲਤ ਸਿੱਖ ਰਹੇ ਨੇ, ਉਹਨਾਂ ਵਾਸਤੇ ਕੀ ਪੈਗਾਮ ਹੈ ਤੁਹਾਡਾ? ਦੇਖੋ ਜੀ, ਇਟਸ ਅ ਵੈਰੀ ਗੁੱਡ ਪ੍ਰੋਫੈਸ਼ਨ, ਠੀਕ ਹੈ। if you choose it with your own self, अगर थोड़ा दिल है वकालत करन ते then you should go for it। क्योंकि देखो, वकील बनना ना सारे तो पहले तुसी आदे आप को महफूज करते दे, आदे कुंबे नू, आदे इलाके नू, लेकिन फिर सर्विसेज पूरियां देवो। ये हुण जिवें मैं करना है नाइंसाफी है डिग्री दे नाल कि प्रॉपर प्रैक्टिस नहीं करनी। जी ਤੇ ਮੀਆਂ ਸਾਹਿਬ, ਤੁਸੀਂ ਵਕਾਲਤ ਕਿਹੜੇ ਸਾਲ 'ਚ ਕੀਤੀ, ਕਦਾਂ ਕੀਤੀ ਤੇ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਵਕਾਲਤ? मेरी डिग्री आई है जी तकरीबन 2 साल पहले, ਜਿਹੜੀ LLB ਦੀ ਹੈਗੀ ਹੈ, ਤੇ ਉਹਦੇ ਤੋਂ ਪਹਿਲੇ ਜਿਹੜੀ ਮੇਰੀ ਸਾਰੀ ਹਾਇਰ ਐਜੂਕੇਸ਼ਨ ਹੈਗੀ ਹੈ, ਪ੍ਰਾਇਮਰੀ ਐਜੂਕੇਸ਼ਨ ਹੈ, ਉਹ ਲਾਹੌਰ ਦੀ ਹੈਗੀ। ਲਾਹੌਰ ਤੋਂ ਕੀਤੀ? ਲਾਹੌਰ ਤੋਂ ਕੀਤੀ। ਮੇਰੇ ਵਾਲਿਦ ਸਾਹਿਬ ਦੀ ਉੱਥੇ ਪੋਸਟਿੰਗ ਆਈ ਤੇ ਇਸ ਵਜ੍ਹਾ ਤੋਂ ਜਿੱਥੇ ਉਹਨਾਂ ਦਾ ਟ੍ਰਾਂਸਫਰ ਹੁੰਦਾ ਉੱਥੇ ਅਸੀਂ ਨਾਲ ਤਾਲੀਮ ਹਾਸਲ ਕਰਦੇ। ਰਹੀਮ ਯਾਰ ਖਾਨ, ਮੁਲਤਾਨ, ਲਾਹੌਰ। ਜੀ ਅੱਜ ਕੱਲ੍ਹ ਤੁਹਾਡੇ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਦੇਖ ਰਹੇ ਹਾਂ ਕਿ ਤੁਸੀਂ ਇਲੈਕਸ਼ਨਾਂ 'ਚ ਵੀ ਖੜੇ ਹੋ ਰਹੇ ਹੋ। ਨਹੀਂ, ਮੈਂ ਖੜਾ ਨਹੀਂ ਹੁੰਦਾ ਪਿਆ ਜੀ। ਕੁਝ ਇਨਸਾਨ ਕੁਝ ਤੰਗ ਹੁੰਦਾ ਨਾ ਤੇ ਖੜਾ ਹੁੰਦਾ। ਦੋ ਚੀਜ਼ਾਂ ਹੁੰਦੀਆਂ ਨੇ ਸਾਡੇ ਇੱਥੇ। 2 ਤੋਂ 3 ਸਿਆਸੀ ਖਾਨਦਾਨ ਨੇ ਜਿਨ੍ਹਾਂ ਨੂੰ ਬੰਦਾ ਨੋਬਲ ਫੈਮਿਲੀ ਤਸੱਵਰ ਕਰਦਾ, ਜਾਂ ਲੋਕਾਂ ਨੇ ਜਿਹੜਾ ਸਰਦਾਰੀ ਨਿਜ਼ਾਮ ਤੋਂ ਉਹਨਾਂ ਦੇ ਬਾਰੇ 'ਚ ਬਣਾਇਆ ਹੋਇਆ ਹੈ ਕਿ 2-3 ਖਾਨਦਾਨ ਹੁਸਨ। ਜਿਵੇਂ ਆਪਾਂ ਗੱਲ ਕਰਨੇ ਆ, ਜੋ ਇੱਕ ਜ਼ਰਦਾਰੀ ਫੈਮਿਲੀ ਹੈ ਤੇ ਇੱਕ ਨਵਾਜ਼ ਸ਼ਰੀਫ ਫੈਮਿਲੀ, ਤੀਸਰੇ ਦੀ ਗੁੰਜਾਇਸ਼ ਹੀ ਨਹੀਂ ਹੈਗੀ, ਠੀਕ। तो मैं चाहना यार आम आदमी है ना जरा, क्योंकि बेसिकली असं भी कोई जागीरदार आदमी नहीं है, ਅਸੀਂ ਵੀ ਹੁਣ 50-100 ਕਿੱਲਿਆਂ ਵਾਲੇ ਹੈਗੇ ਆ ਤੇ ਲਿਮਿਟਿਡ ਜੇ ਸਾਡੇ ਸੋਰਸਿਸ ਹੈਗੇ ਨੇ, ਸੋਰਸ ਆਫ ਇਨਕਮ ਹੈਗੇ ਨੇ, ਤੇ ਉਹਦੇ ਅੰਦਰ ਰਹਿ ਤੇ ਸਿਆਸਤ ਕਰਨਾ ਸਭ ਨਾਲੋਂ ਮੁਸ਼ਕਿਲ ਤੁਹਾਡਾ ਟਾਸਕ ਜਿਹੜਾ ਹੁੰਦਾ ਹੈ ਪੋਲਿਟਿਕਸ ਕਰਨਾ। ਕਿਉਂਕਿ ਤੁਸੀਂ ਡੇਲੀ ਐਕਸਪੈਂਸਸ ਨੂੰ ਮੈਨੇਜ ਕਰਨਾ ਹੁੰਦਾ ਤੇ ਆਵਾਮ ਦੀ ਹੱਦ ਤੱਕ ਇਸ ਤਰ੍ਹਾਂ ਹੈ ਕਿ ਜਦ ਤੱਕ ਆਵਾਮ ਨੂੰ ਨਵਾਂ ਚਿਹਰਾ ਨਾ ਨਜ਼ਰ ਆਵੇ ਜੀ ਤੇ ਤਬ ਤੱਕ ਹੋ ਨਹੀਂ ਸਕਦਾ। ਇਹ ਬਾਕੀ ਚੱਲਦੇ ਨੇ ਸਾਰੇ ਐਂਸੈਸਟਰਸ਼ਿਪ ਦੇ ਉੱਤੇ, ਮਤਲਬ ਇਹ ਆਦੇ ਅਬਾਓ ਅਜਦਾਦ ਦਾ ਨਾਮ ਲੈ ਤੇ ਚਾਚੇ ਮਾਮੇ ਤਾਏ ਦਾ ਨਾਮ ਲੈ ਤੇ ਤੁਸੀਂ ਵੇਖੋ ਆਦਾ ਨਾਮ ਪੈਦਾ ਕਰੋ, ਆਵਾਮ ਦੇ ਵਿੱਚ ਰਹੋ, ਠੀਕ ਹੈ। ਦੋਸਤਾਂ ਦੀ ਗਮੀ ਖੁਸ਼ੀ ਤੇ ਪਹੁੰਚੋ ਉੱਤੇ, ਇਨ देयर गुड एंड बैड्स, ਤੇ ਉਸ ਤੋਂ ਬਾਅਦ ਤੁਸੀਂ ਅੱਗੇ ਪ੍ਰੀਵੇਲ ਕਰ ਸਕਦੇ ਹੋ। ਇਲੈਕਸ਼ਨ ਨੂੰ ਤਾਂ ਪਿਆ ਹਾਲੀ ਕੋਈ 3-4 ਸਾਲ, ਠੀਕ ਹੈ। ਸਿਆਸਤ ਤਾਂ ਬਹੁਤ ਆਸਾਨ ਹੈ ਜੀ। ਇਹ ਹੁਣ ਤੁਸੀਂ ਸਿਆਸਤ ਚ ਆ ਰਹੇ ਨੇ, ਇਹ ਵਕਾਲਤ ਛੱਡ ਕੇ ਕਿ ਵਕਾਲਤ ਤਾਂ ਜੀ ਉਹ ਤਾਂ ਆਧਾ ਹਥਿਆਰ ਹੈ ਨਾ ਤੁਹਾਡਾ, ਜੀ ਜੀ, ਠੀਕ ਹੈ। ਵਕਾਲਤ ਦਾ ਤਾਂ ਤੁਹਾਡਾ ਆਧਾ ਹਥਿਆਰ ਹੈ। ਉਹ ਤਾਂ ਲਾਇਸੈਂਸ ਵੀ ਕੀ ਆਂਦੇ ਨੇ ਇਸ ਵੇ ਤੂੰ ਲਿਆ ਕਿ ਯਾਰ
ਚਲੋ ਕਿਧਰੇ ਜਾਵੀਏ ਤਾਂ ਆਦੀ ਸੇ ਹੋਵੇ, ਨਹੀਂ ਤਾਂ ਹਰ ਜਗ੍ਹਾ ਤਾਂ 50 100 200 ਕਿੱਲੇ ਵਾਲੇ ਜ਼ਮੀਨਦਾਰ ਪੈ ਨੇ। ਜੀ ਉਸ ਤਰ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ, ਉਹਨਾਂ ਦੀ ਕਮਜ਼ੋਰ ਹੈਗੇ ਨੇ। ਜੀ ਤੇ ਕੁਝ ਸਾਡੀ ਫੈਮਿਲੀ ਦੇ ਅੰਦਰ ਵੀ ਇਸ ਤਰ੍ਹਾਂ ਹੈ ਕਿ ਅਸੀਂ ਜਿਹੜੇ ਨੇ ਰੈਬਲ ਹੈਗੇ ਆ, ਬਾਗੀ ਬੇਸਿਕਲੀ, ਕਿ ਜਿਹੜੇ ਸਰਦਾਰੀ ਨਿਜ਼ਾਮ ਨੂੰ ਕਬੂਲ ਨਹੀਂ ਕਰਦੇ ਤੇ ਵਾਮ ਸਾਡਾ ਸਾਥ। ਜੀ ਜੀ ਜਿਹੜੇ ਤੁਸੀਂ ਸਿਆਸਤ ਚ ਆ ਰਹੇ ਨੇ, ਇਹਦਾ ਫੁੱਲ ਮਕਸਦ ਕੀ ਹੈ? ਇਹਦਾ ਨਾ ਬੇਸਿਕ ਜਿਹੜਾ ਮਕਸਦ ਹੈ ਨਾ, ਉਹ ਇਹ ਕਿ ਸਾਡੇ ਵੇਖੋ ਇਲਾਕੇ ਦੇ ਅੰਦਰ ਨਾ ਬੇਸਿਕ ਫੈਸਿਲਿਟੀਜ਼ ਨਹੀਂ ਹੈਗੀਆਂ। ਜੀ ਫਰੋਮ ਹੈਡ ਸੁਲੇਮਾਨ ਕੀ ਤੇ ਅੱਗੇ ਤੁਸੀਂ ਜਾਵੋ ਤਾਂ ਸ਼ਹਿਰ ਫਰੀਦ ਦੀ ਕੰਢ ਲੱਗਦੀ ਹੈ N160 ਦੇ ਹਲਕੇ ਨੂੰ। ਇੱਥੇ ਇੱਕ ਵੀ ਕੋਈ ਰੋਡ ਦੇ ਉੱਤੇ ਤੁਹਾਨੂੰ ਰੈਸਕਿਊ 1122 ਦਾ ਆਫਿਸ ਨਜ਼ਰ ਨਹੀਂ ਆਣਾ, ਠੀਕ ਹੈ। ਉਹਦੇ ਤੋਂ ਬਾਅਦ ਬੱਸਾਂ ਦੀ ਛੱਤ ਦੇ ਉੱਤੇ ਟਿਲ ਨਾਓ ਇਟਸ ਦਾ 21st ਸੈਂਚੁਰੀ ਹਾਲੀ ਵੀ ਲੋਕ ਜਿਹੜੇ ਨੇ ਬੱਸਾਂ ਦੀ ਛੱਤ ਦੇ ਉੱਤੇ ਬੱਚੇ ਜਾਂਦੇ ਨੇ ਬੈਠ ਤੇ, ਕਿਉਂਕਿ ਕੰਡਕਟਰ ਉਹਨਾਂ ਨੂੰ ਅੰਦਰ ਨਹੀਂ ਪਾਉਂਦੇ, ਫੇਰ ਹੁੰਦੇ ਨੇ ਨਾ ਜਿਹੜੇ ਕਿਰਾਏ ਹੁੰਦੇ ਨੇ, ਤੇ ਉਹ ਡਿੱਗਦੇ ਨੇ, ਮਰਦੇ ਨੇ, ਫਿਰ ਬੱਚੀਆਂ ਦੀ ਤਾਲੀਮ ਨਹੀਂ ਹਾਸਲ ਕਰ ਸਕਦੀ ਆ। ਹੁਣ ਸਾਡੀ ਲੈਟਸ ਸਪੋਜ਼ ਮੁਹੰਮਦਪੁਰ ਸੰਸਾਰ ਹੈ, ਠੀਕ ਹੈ, ਦਾ ਪੋਪੂਲੇਸ਼ਨ ਹੇਅਰ ਇਜ਼ ਓਵਰ ਮੋਰ ਦੈਨ 20,000 20,000 ਤੋਂ ਜ਼ਿਆਦਾ ਲੋਕ ਨੇ ਇੱਥੇ, ਲੇਕਿਨ ਫਿਰ ਵੀ ਬੱਚੀਆਂ ਦਾ ਹਾਈ ਸਕੂਲ ਨਹੀਂ ਹੈ। ਪੂਰੇ PP 238 ਦੇ ਅੰਦਰ ਇੱਕ ਕਾਲਜ ਨਹੀਂ ਹੈ, ਨਾ ਗਰਲਸ ਹੈ ਨਾ ਬॉयਜ਼ ਹੈਗੇ। ਸਾਡੇ ਅੱਲਾਹ ਪਾਕ ਲਾਲੇ ਘਰ ਲੰਮੀ ਬਹਿਨੀ ਦੇ ਵਿੱਚ ਆਲੀ ਗਰਲ ਸਕੂਲ ਕੋਈ ਪ੍ਰਾਇਮਰੀ ਵੀ ਨਹੀਂ ਹੈ, ਹਾਲਾਂਕਿ 1000 ਘਰ ਹੈ। ਤੇ ਬੇਟਾ ਆਈਓ ਵਜ੍ਹਾ ਨੇ ਨਾ ਹੁਣ ਜਿਸ ਟਾਈਮ ਰੋਜ਼ੇ ਮਹਿਸ਼ਰ ਅੱਲਾਹ ਤਾਲਾ ਨੇ ਸਵਾਲ ਕਰਨਾ ਹੈ ਕਿ ਵਟ ਹੈਵ ਯੂ ਡਿਲੀਵਰਡ ਟੂ ਯੂਰ ਪੀਪਲ, ਤੁਸੀਂ ਆਦੇ ਲੋਕਾਂ ਵਾਸਤੇ ਕੀ ਖਿਦਮਤ ਸਰ ਅੰਜਾਮ ਦਿੱਤੀਆਂ, ਦੈਨ ਮੈਂ ਕੀ ਆਖਾਂ ਉਸ ਟਾਈਮ। ਜੀ ਆ ਮੇਨ ਕਾਜ਼ ਆ ਹੈਗਾ ਕਿ ਅੱਲਾਹ ਜਿਸ ਟਾਈਮ ਤੁਹਾਨੂੰ ਵਸਾਇਲ ਦੇਵੇ, ਤੁਹਾਨੂੰ ਤਾਲੀਮ ਦੇਵੇ, ਇੱਕ ਮਕਾਮ ਦੇਵੇ ਮਾਸ਼ਰੇ ਦੇ ਅੰਦਰ, ਤੇ ਫਿਰ ਤੁਸੀਂ ਆਟੋਮੈਟਿਕਲੀ ਤੁਹਾਨੂੰ ਜ਼ਿੰਮੇਵਾਰੀ ਕਬੂਲ ਕਰਨੀ ਪੈਂਦੀ ਹੈ। ਵੇਖੋ ਮੈਨੂੰ ਤਕਲੀਫ ਇਸ ਚੀਜ਼ ਦੀ ਹੁੰਦੀ ਹੈ ਕਿ ਜਿਹੜੇ ਬੱਚੇ ਜਾਂ ਬੱਚੀਆਂ ਪੈਸੇ ਨਾ ਹੋਣ ਦੇ ਬਾਵਜੂਦ ਮਦਾਰਸ 'ਚ ਵੀ ਪੜ੍ਹਦੀਆਂ, ਠੀਕ ਹੈ, ਜਾਂ ਪੜ੍ਹਦੇ ਨੇ, ਉਹਨਾਂ ਦੀ ਕੀ ਨੌਕਰੀ ਹੈ? 10,000 12,000, ਠੀਕ ਹੈ, ਜਾਂ 5,000 ਇਹੋ ਚਲਦੀ ਪਈ ਹੈ। ਸਕੂਲਸ ਨਹੀਂ ਹੈਗੀਆਂ, ਹੈਲਥ ਕੇਅਰ ਦਾ ਸਿਸਟਮ ਨਹੀਂ ਹੈਗਾ ਇੱਥੇ, ਠੀਕ ਹੈ, ਸੜਕਾਂ ਟੁੱਟੀਆਂ ਫੁੱਟੀਆਂ ਨੇ, ਹਾਲੀ ਵੀ ਉਹ ਗਾਉਂ ਦਿਹਾਤ ਮੌਜੂਦ ਨੇ ਜਿੱਥੇ ਕੀ ਆਂਦੇ ਨੇ ਬਿਜਲੀ ਨਹੀਂ ਆਈ। ਪਾਕਿਸਤਾਨ ਨੂੰ ਲੋਕ ਆਂਦੇ ਨੇ ਸੈਕਿੰਡ ਥਰਡ ਵਰਲਡ ਕੰਟਰੀ, ਮਤਲਬ ਦੁਨੀਆ ਦਾ ਅਜੀਬੋ ਗਰੀਬ ਮੁਲਕ, ਇੱਕ ਰਿਆਸਤ। ਤੇ ਇਹ ਮੁਹੰਮਦਪੁਰ ਸੰਸਾਰਾ ਤਹਿਸੀਲ ਮਿੰਚਨਾਬਾਦ ਤਾਂ ਮੈਂ ਸਮਝਦਾ ਹੈ ਕਿ ਸ਼ਾਇਦ ਇਹ ਇਵੇਂ ਹੀ ਹੈ ਕਿ ਤੁਸੀਂ ਮਾਰਸ ਜਾਂ ਜੁਪੀਟਰ ਦੇ ਉੱਤੇ ਜਾ ਕੇ ਬਸੇਰਾ ਕਰ ਲਿਆ ਯੂਨੀਵਰਸ ਦੇ ਅੰਦਰ ਕਿਸੇ ਸਿਆਰੇ ਤੇ ਕੋਈ ਸਹੂਲਤ ਨਹੀਂ ਹੈਗੀ ਇਸ ਹਲਕੇ ਤੇ। ਜੀ ਮਾਸ਼ਾਅੱਲਾ। ਤੇ ਕਾਫੀ ਲੋਕ ਜਿਹੜੇ ਦਾਵਾ ਕਰਦੇ ਨੇ MP ਬਣਦਾ, ਤੁਹਾਨੂੰ ਮਾਸ਼ਾਅੱਲਾ ਸੀਟ ਮਿਲੀ ਹੈ ਜਾਂ ਨਹੀਂ ਮਿਲੀ ਅਭੀ? ਨਹੀਂ ਵੇਖੋ ਇਲੈਕਸ਼ਨਸ ਆਸਨ ਇਹ ਡੈਮੋਕ੍ਰੈਟਿਕ ਮੈਂਡੇਟ ਹੁੰਦਾ ਹੈ, ਹਰ ਸ਼ਖਸ ਵੋਟ ਪਾਉਂਦਾ ਹੈ, ਤੁਸੀਂ ਇਲੈਕਟ ਹੁੰਦੇ ਜੋ ਉਹਦੇ ਤੋਂ ਬਾਅਦ ਹੀ ਹੁੰਦਾ ਹੈ। ਮੇਰਾ ਸਿਰਫ ਮਸਲਾ ਇਹ ਹੈਗਾ ਕਿ ਹੁਣ ਤੁਸੀਂ ਜੇ ਤੁਸੀਂ ਮਾਸ਼ਾਅੱਲਾ ਕੋ ਤਾਲੀਮ ਹਾਸਿਲ ਕੀਤੀ, ਉਸੇ ਕਿਧਰੇ ਜਾਂਦੇ ਉਸੋ, ਕੋਈ ਇੱਕ ਅੱਧੀ ਜਗ੍ਹਾ ਤੁਹਾਡੇ ਮਾਪਿਓ ਤਾਂ ਨਾ ਚੱਲ ਜਾਂਦਾ, ਉਸੇ ਕੋ ਸਾਰੀ ਉਮਰ ਤਾਂ ਨਹੀਂ ਨਾ ਚੱਲਣਾ, ਠੀਕ ਹੈ। ਲੇਕਿਨ ਇੱਥੇ ਨਾ ਜ਼ੰਜੀਰਾਂ ਪਾਈਆਂ ਹੋਈਆਂ ਨੇ, ਆਪਣੇ ਬੱਚੇ ਨੇ, ਲੈਟਸ ਸਪੋਜ਼ ਇੱਕ ਬੱਚਾ ਮੈਟ੍ਰਿਕ ਦੇ ਅੰਦਰ ਲਿਆਂਦਾ ਹੈ ਨਾ 1000 ਚੋਂ 500 ਨੰਬਰ, ਤੇ ਉਹਦੇ ਘਰ ਦੇ ਉਹਦੀ ਅੱਛੀ ਦੁਰਗਤ ਬਣਾ ਸਕ ਕਿ ਬੇਟਾ ਤੂੰ ਇਤਨੇ ਨੰਬਰ ਕਿਉਂ ਲਾਇਆ। ਤੇ ਇਹਨਾਂ ਦੇ ਜਿਹੜੇ MP MNAs ਹੈਗੇ ਨੇ ਉਹ ਰਾਇਤੀ ਪਾਸ ਹੈਗੇ ਨੇ, ਉਹਨਾਂ ਦੀ ਉਹ ਕਾਬਲੀਅਤ ਨਹੀਂ ਹੈਗੀ ਕਰਨ ਦੀ, ਤੇ ਉਹਨਾਂ ਨੂੰ ਤੇ ਨਾਜ਼ਲ ਕੀਤਾ ਹੋਇਆ। ਆਦੇ ਜਿਹੜੇ ਇਹ ਜਿਨ੍ਹਾਂ ਲੋਕਾਂ ਨੂੰ ਇਲੈਕਟ ਕਰਦੇ ਨੇ, ਜਿਹੜੇ ਕੀ ਆਂਦੇ ਨੇ ਨਾਜ਼ਲ ਹੁੰਦੇ ਨੇ, ਤੇ ਉਹ ਬੰਦੇ ਹੈਗੇ ਨੇ ਬਿਲਕੁਲ ਨਕਾਰਾ ਜੀ। ਤੇ ਘਰੇ ਤੁਸੀਂ ਮਤਲਬ ਮੋਨੋਪੋਲੀ ਹੈਗੀ ਹੈ ਜੀ। ਇਹਨੂੰ ਥੋੜਾ ਸਿਸਟਮ ਨੂੰ ਚੇਂਜ ਹੋਣਾ ਚਾਹੀਦਾ। ਮੈਂ ਤੇ ਸਿਵਾ ਤੋਂ ਵਿੱਚ ਮੌਜੂਦ ਹਾਂ। MNA ਬਣਨ ਤੋਂ ਪਹਿਲੇ ਜਾਂ ਇਲੈਕਸ਼ਨਾਂ ਕਰਨ ਤੋਂ ਪਹਿਲੇ ਸਾਰੇ ਦਾਅਵੇ ਐਵੇਂ ਕਰਦੇ, ਤੇ ਤੁਸੀਂ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਕਾਇਮ ਰਹੋਗੇ ਇਨਸ਼ਾਅੱਲਾ। ਜਿਹੜੀ ਤੁਹਾਡਾ ਮਕਸਦ ਤੇ ਇਹ ਨਾ ਵੀ ਗਰੀਬ ਆਵਾਮ ਨੂੰ, ਤੇ ਅਸੀਂ ਤੁਹਾਡੀ ਸੋਸ਼ਲ ਮੀਡੀਆ ਤੇ ਪੋਸਟਾਂ ਵੇਖੋ ਜੀ, ਆਵਾਮ ਕੋਈ ਗਰੀਬ ਨਹੀਂ ਹੈ, ਆਪਾਂ ਮੁਸਲਮਾਨ ਹੈ, ਈਮਾਨ ਦੀ ਦੌਲਤ ਨਾਲ ਮਾਲਾ ਮਾਲ ਹੈ, ਇਹ ਨਹੀਂ ਹੈ। ਲੇਕਿਨ ਆਪਣੇ ਜਿਹੜੇ ਵੀਐਨਸ ਹੈਗੇ ਨੇ ਨਾ, ਉਹਨਾਂ ਦੇ ਅੰਦਰ ਬੜੀ ਮੋਨੋਪੋਲੀ ਹੈਗੀ। ਇੱਕ ਸਿਆਸਤਦਾਨ ਦਾ ਬੱਚਾ ਜਿੰਦੀ ਮੈਟ੍ਰਿਕ ਵੀ ਰਿਆਇਤੀ ਪਾਸ ਹੈ, FA ਰਿਆਇਤੀ ਪਾਸ ਹੈ, BA ਰਿਆਇਤੀ ਪਾਸ ਹੈ, ਉਹਨਾਂ ਨੂੰ ਸ਼ਾਇਦ ਆਪਣੇ ਵਟਕੇ ਵੀ ਦੋਵਾਂ ਹੱਥਾਂ ਨਾਲ ਉਠੀ ਤੇ ਟੱਕਰ ਤੇ ਸਲਾਮ ਲਵਣ, ਜਦਕਿ ਉਹਨਾਂ ਦੇ ਘਰ ਦੇ ਵਿੱਚ ਉਹ ਬੱਚਾ ਬੈਠਾ ਜਿੰਦੇ ਉੱਤੇ ਨੰਬਰ ਨੇ ਤੁਰੋਂ ਆਨੇ ਚੱਲ ਪੁੱਤਰ ਬਾਹਰ ਹੋ ਜਾਏ ਜਾਂ ਦਿਲ ਲਾਤ ਪੜ, ਠੀਕ ਹੈ। ਤੁਸੀਂ ਆਦੇ ਹੁਕਮਰਾਨ ਤਾਂ ਨਲਾਇਕ ਪਸੰਦ ਕਰਦੇ ਨੇ ਜੀ, ਠੀਕ ਹੈ, ਤੇ ਘਰੇ ਬੱਚਿਆਂ ਨੂੰ ਆਖਣਾ ਤੁਸੀਂ ਕੀ ਆਂਦੇ ਨੇ ਪੜ੍ਹੋ ਲਿਖੋ ਜੀ। ਤੇ ਹੋਰ ਹੁਣ ਜਿਹੜੇ ਨੌਜਵਾਨ ਨੇ ਉਹਨਾਂ ਵਾਸਤੇ ਕੀ ਪੈਗਾਮ ਦੇਣਾ ਚਾਹੁੰਦੇ? ਨੌਜਵਾਨਾਂ ਨੂੰ ਇੱਕੋ ਪੈਗਾਮ ਹੈ ਕਿ ਵੇਖੋ ਜਿਹੜੀ ਬਾਦਸ਼ਾਹੀ ਤਾਂ ਰੱਬ ਦੀ ਜ਼ਾਤ ਦੀ ਜੀ। ਇਸਲਾਮ ਆਪਾਂ ਮੁਸਲਮਾਨ ਘਰ 'ਚ ਪੈਦਾ ਹੋਏ, ਅੱਲਾਹ ਤਾਲਾ ਨੇ ਆਪਾਂ ਨੂੰ ਈਮਾਨ ਦਿੱਤਾ, ਖਾਵਣ ਵਾਸਤੇ ਰੋਟੀ ਦਿੱਤੀ, ਹੰਡਾਵਣ ਵਾਸਤੇ ਕੱਪੜੇ ਦਿੱਤੇ, ਅੱਛੀ ਸ਼ਕਲ ਸੂਰਤ ਹਰ ਚੀਜ਼ ਦਿੱਤੀ, ਠੀਕ ਹੈ। ਆਦੀ ਜਿਹੜੀ ਨਾ ਕਮ ਸੇ ਕਮ ਸਟਰੈਂਥ ਉਹ ਬੱਚੇ ਮਿੰਚਨਾਬਾਦ ਦੇ, ਮੇਰੇ ਇਲਾਕੇ ਦੇ, ਹਲਕੇ ਦੇ ਜਿਹੜੇ ਲਾਹੌਰ ਜਾ ਤੇ ਪੜ੍ਹਦੇ ਪਏ ਨੇ, ਕਿਸ ਵਜ੍ਹਾ ਤੋਂ ਪੜ੍ਹਦੇ ਪਏ ਨੇ? ਇੱਥੇ ਸਕੂਲ ਕਾਲਜਿਸ ਹਸਪੀਟਲਸ ਨਹੀਂ ਹੈਗੇ ਸਹੂਲੀਅਤ। ਉਹ ਮਜ਼ਦੂਰ ਇੱਥੋਂ ਜਿਹੜੇ ਜਾ ਤੇ ਲਾਹੌਰ ਮਜ਼ਦੂਰੀਆਂ ਕਰਦੇ ਪਏ ਨੇ,
ਉੱਥੇ ਕਿਸ ਵਜ੍ਹਾ ਤੋਂ ਕਰਦੇ ਪਏ ਨੇ ਕਿ ਸਾਡੇ ਇਲਾਕੇ ਦੇ ਅੰਦਰ ਨੌਕਰੀਆਂ ਨਹੀਂ ਹੈਗੀਆਂ, ਜੀ। ਠੀਕ ਹੈ। ਉਹ ਲੋਕ, ਮੇਰਾ ਅਸਲ ਵੋਟ ਬੈਂਕ ਹੀ ਉਹਨਾਂ ਲੋਕਾਂ ਦਾ ਹੈ। ਜੀ। ਤੇ ਮੇਰਾ ਉਹਨਾਂ ਵਾਸਤੇ ਪੈਗਾਮ ਹੈ ਕਿ ਤੁਸੀਂ ਇੱਥੇ ਜਦੋਂ ਇਲੈਕਸ਼ਨਸ ਹੋਣ ਨਾ, ਜੀ ਤੇ ਕਮ ਸੇ ਕਮ ਜਿਹੜਾ ਹੈ ਉਸ ਚੀਜ਼ ਨੂੰ, ਉਸ ਕਾਜ਼ ਨੂੰ ਸਪੋਰਟ ਕਰਨਾ ਹੈ ਕਿ ਜਿਹੜਾ ਹਕੀਕਤ ਤੇ ਮਬਨੀ ਹੈ। ਮੇਰੀ ਇੱਕ ਸੋਚ ਹੈ ਕਿ ਇਨਸ਼ਾਅੱਲਾ ਜਦੋਂ ਮੈਨੂੰ ਇਕਤਦਾਰ ਮਿਲਾ, ਜੀ ਸਭ ਨਾਲੋਂ ਪਹਿਲੇ ਮੇਰੇ ਇਲਾਕੇ ਦੇ ਕਿਸੇ ਬੱਚੇ ਨੇ ਬਸ ਦੀ ਛੱਤ ਤੋਂ ਦੇਖਤੇ ਅੱਲਾ ਮਾਫ ਕਰੇ ਨਹੀਂ ਮਰਨਾ, ਠੀਕ ਹੈ। ਠੀਕ। ਉਹਦੇ ਤੋਂ ਬਾਅਦ ਦੂਸਰਾ, ਅਗਰ ਕਿਸੇ ਵਸਤੀ ਦੇ ਅੰਦਰ ਸਕੂਲ ਨਹੀਂ ਹੈਗਾ, ਹਾਈ ਸਕੂਲ ਨਹੀਂ ਹੈਗਾ ਜਾਂ ਨਹੀਂ ਹੈ, ਤੇ ਉੱਥੇ ਸਰਕਾਰੀ ਵੈਨ ਲੱਗਤੇ, ਜਿੱਥੇ ਸਕੂਲ ਹੈ ਉੱਥੇ ਬੱਚੀਆਂ ਨੂੰ, ਲੜਕੇ ਤਾਂ ਚਲੋ ਪਹੁੰਚ ਜਾ ਸਕਣ, ਬੱਚੀਆਂ ਨੂੰ ਕਮ ਸੇ ਕਮ ਲੈ ਕੇ ਜਾਵਾਂ, ਠੀਕ ਹੈ। ਤੀਸਰਾ, ਜਿਹੜੇ ਸਾਡੇ ਇਲਾਕੇ ਦੇ ਅੰਦਰ ਪਾਣੀ ਦੇ ਮਸਾਇਲ ਨੇ, ਇੱਥੇ ਹਰ ਬੰਦਾ ਜਿਗਰ ਤੇ ਗੁਰਦਿਆਂ ਦਾ ਮਰੀਜ਼ ਹੋਣ ਦੀ ਵਜ੍ਹਾ ਕੀ ਕਿ ਪਾਣੀ ਪੀਵਣ ਨੂੰ ਅੱਛਾ ਨਹੀਂ ਹੈ। ਸੜਕਾਂ, ਹਸਪੀਟਲ ਤੁਹਾਡਾ ਚੱਕ ਕੇ ਨਾ ਬੰਬਾ ਅੱਲਾ ਬਖਸ਼ ਲਾ ਲੇਗਾ, ਉਧਰ ਸਕੂਲ ਨਹੀਂ ਹੈ, ਉਹਦੇ ਨਹੀਂ। ਉਥੋਂ ਅਗਰ ਤੁਸੀਂ ਮੁਹੰਮਦਪੁਰ ਵਾਲੇ ਰਸਤੇ ਤੇ ਜਾਵੋ ਤਾਂ ਫਿਰ ਵੀ ਖੱਡੇ ਨੇ, ਅਗਰ ਤੁਸੀਂ ਉਦੋਂ ਰੋੜੂ ਵਾਲੇ ਰਸਤੇ ਤੋਂ ਜਾਵੋ ਤਾਂ ਖੱਡੇ ਨੇ। ਤੁਹਾਡੇ ਇੱਕ ਮਰੀਜ਼ ਨੂੰ ਅੱਲਾ ਮਾਫ ਕਰੇ ਅਗਰ ਉੱਥੇ ਹਾਰਟ ਅਟੈਕ ਹੁੰਦਾ ਹੈ ਨਾ, ਤੇ ਬੇਟਾ 3-4 ਖੱਡਿਆਂ ਦੇ ਅੰਦਰ ਉਹ ਬਾਵਲ ਨਗਰ ਜਾਂਦੇ ਆ ਅੱਲਾ ਨੂੰ ਪਿਆਰਾ ਹੋ ਜਾਸੇ, ਠੀਕ ਹੈ। ਤੇ ਆਪਾਂ ਇਹ ਆਖਦੇ ਜੋ ਇਹ ਰੱਬ ਦੀ ਰਜ਼ਾ ਹੈ, ਲੇਕਿਨ ਇਨਸਾਨੀ ਜਿਹੜੀ ਸੋਚ ਹੈ ਉਹ ਆਪਾਂ ਕੀ ਕੀਤਾ ਉਹਨਾਂ ਵਾਸਤੇ। ਅਜ਼ਲ ਤੋਂ ਅਬਦ ਤੱਕ ਮੇਰੇ ਵਾਲ ਸਾਹਿਬ ਇਹ ਗੱਲ ਕਰਦੇ ਨੇ ਜੋ ਤੁਹਾਡੇ ਵਾਲੀ ਜਿਹੜੀ ਜਨਰੇਸ਼ਨ ਹੈ ਨਾ, ਇਹ ਥੋੜੀ ਨਾਸ਼ੁਕਰੀ ਹੈ, ਇਹਨਾਂ ਨੂੰ ਸਹੂਲੀਅਤ ਮਿਲੀਆਂ ਨੇ ਸਾਰਾ। ਵੇਖੋ ਇੱਕ ਫੇਜ਼ ਆਉਂਦਾ, ਇੱਕ ਟਾਈਮ ਹੁੰਦਾ ਹੈ ਕਿ ਤੁਸੀਂ ਥੋੜੇ ਦੇ ਉੱਤੇ ਰਿਲਾਈ ਕਰਦੇ। ਜੇ ਸਾਡਾ ਇੱਥੇ ਮਸਲਾ ਹੈ ਕਿ ਮੈਨੂੰ ਇਹ ਨਜ਼ਰ ਆਇਆ ਕਿ ਯਾਰ ਪੋਲਿਟਿਕਸ ਤੋਂ ਇਲਾਵਾ ਨੇ ਇੱਥੇ ਮੈਂ ਚੇਂਜ ਨਹੀਂ ਕਰ ਸਕਦਾ। ਅਗਰ ਮੈਂ ਕਿਸੇ ਨੂੰ ਸਦਕਾ, ਜ਼ਕਾਤ, ਚੈਰਿਟੀ ਦੇਵਾਂ, ਠੀਕ ਹੈ, ਤਾਂ ਉਹ ਮੇਰੀ ਜ਼ਾਤੀ ਹੱਦ ਤੱਕ ਹੈ, ਲੇਕਿਨ ਜਿਹੜੀ ਆਵਾਮ ਨੂੰ ਮੈਂ ਫੈਸਿਲਿਟੇਟ ਕਰ ਸਕਣਾ, ਉਹ ਹਕੂਮਤ ਦੇ ਖਜ਼ਾਨੇ ਚੋਂ ਕਰ ਸਕਣਾ, ਉਹਨੂੰ ਸਹੀ ਜਗ੍ਹਾ ਲਾ ਤੇ, ਇਹ ਮੇਨ ਫੋਕਸ ਹੁੰਦਾ ਹੈ। ਲੇਕਿਨ ਇੱਥੇ ਸਿਆਸਤਦਾਨ ਕੀ ਆਉਂਦੇ ਨੇ, ਇੱਥੇ ਵਿਰਾਸਤਾਂ ਦਾ ਰੌਲਾ ਹੈ। ਮੇਰਾ ਪਿਓ ਮਰ ਗਿਆ, 4 ਬਤਰੀਏ ਖੜੋ ਹੋ ਗਏ, ਉਹਨਾਂ ਇਲੈਕਸ਼ਨ ਲੜਨਾ, ਇੱਕ ਪੁੱਤਰ ਖੜੋ ਗਿਆ, ਮੈਂ ਇਲੈਕਸ਼ਨ ਲੜਨਾ। ਉਹਨਾਂ ਕੋਲੇ ਵਜ੍ਹਾ ਨਹੀਂ ਹੈ ਇਲੈਕਸ਼ਨ, ਅਸਲ ਲੜਨਾ ਕਿਉਂ, ਡਿਲੀਵਰ ਕੀ ਕਰਨਾ ਹੈ ਅਸੀਂ, ਜੀ ਇਹ ਵਜ੍ਹਾ ਹੈ ਸਿਆਸਤ ਦੀ ਮੇਨ। ਜੀ ਇਹ ਵੀ ਕਈ ਹੱਦ ਤੱਕ, ਮੈਂ ਹਾਲੇ ਮੇਰੀ ਉਮਰ ਤਾਂ ਇੰਨੀ ਜ਼ਿਆਦਾ ਨਹੀਂ, ਮਤਲਬ 18 ਸਾਲ ਦੇ ਵਿੱਚ ਵੀ ਵੇਖਿਆ ਕਈ ਦਾਅਵੇ ਕਰ ਗਏ, ਹੁਣ ਜਿੱਤ ਕੇ ਗਏ ਫਿਰ ਉਹ ਵਾਪਸ ਹੀ ਨਹੀਂ ਆਉਂਦੇ, ਉਸ ਹਲਕੇ 'ਚ ਹੀ ਨਹੀਂ ਆਉਂਦੇ। ਇਹ ਹੈ ਇੱਥੇ ਨਹੀਂ, ਇੱਥੋਂ ਦੀ ਸਿਆਸਤ ਥੋੜੀ ਹੋਰ ਹੈ। ਅਗਰ ਜਿਹੜੇ ਕਾਲੂਕਾ ਸਾਹਿਬਾਨ ਨੇ ਜਾਂ ਲਾਲੇਕਾ ਸਾਹਿਬਾਨ ਨੇ, ਅਗਰ ਉਹ ਆਦੇ ਡੇਰੇ ਤੇ ਜਾਂ ਘਰ ਤੇ ਮੌਜੂਦ ਨਾ ਆਵਣ ਨਾ, ਤਾਂ ਸ਼ਾਇਦ ਉਹ ਸੀਟ ਨਾ ਕੱਟਣ। ਉਹਨਾਂ ਦੀ ਗ੍ਰਿਪ ਹੈ ਆਵਾਮ ਦੇ ਉੱਤੇ, ਜਿਹੜੀ ਚੀਜ਼ ਮੰਨਣ ਵਾਲੀ ਹੈ। ਲੇਕਿਨ ਗ੍ਰਿਪ ਕਿੰਨਾ ਲੋਕਾਂ ਤੇ, 6 ਲੱਖ ਤੇ ਐਨੇ 160 ਜਿੱਥੋਂ ਦਾ ਉਮੀਦਵਾਰ ਹੈ ਨਾ MNA ਦਾ, ਇੱਥੇ 25 ਯੂਨੀਅਨ ਕੌਂਸਲਸ ਨੇ, ਸ਼ਾਇਦ ਮੈਨੂੰ 1-2 ਦੇ ਨਾਮ ਨਾ ਆਉਂਦੇ ਹੋਣ। 6 ਲੱਖ ਤੇ 33,000 ਵੋਟਰ ਹੈ। 6,33,000 ਵੋਟਰਸ ਦੇ ਅੰਦਰੋਂ 80,000 ਉਹ ਬੰਦੇ ਨੇ ਜਿਹੜੇ ਪੂਰੇ ਪੰਜਾਬ ਦੇ ਅੰਦਰ ਬਾਹਰ ਮੁਲਾਜ਼ਮਤ ਕਰਦੇ ਨੇ, ਨੌਕਰੀਆਂ ਕਰਦੇ ਨੇ। ਮੇਰਾ ਉਹ ਵੋਟਰ ਹੈ ਜਿਹੜਾ ਇੱਥੇ ਰਹਿੰਦਾ, ਤਾਂ ਉਹ ਤਾਂ ਇਸ ਇਲਾਕੇ ਦੇ ਹਿਸਾਬ ਨਾਲ ਰਚ ਪਸ ਕੇ, ਜ਼ਿੰਮੇਦਾਰੀ ਤਾਂ ਕਿਸੇ ਦੀ ਨਹੀਂ ਹੈਗੀ। ਅੱਜ ਮੈਨੂੰ ਕੱਲ ਤੂੰ ਫੋਨ ਕਰਤੇ ਆਖੇ ਜੋ ਭਾਈ ਮੁਰਾਦ ਮੇਰਾ ਥਾਣੇ ਦਾ ਰੋਲਾ ਹੈ, ਤਾਂ ਮੈਂ ਤੈਨੂੰ ਇਹੀ ਆਖਿਆ ਮੈਂ ਤੇਰੀ ਸਪੋਰਟ ਕਰ ਸਕਦਾ, ਠੀਕ ਹੈ। ਕਿਆ ਇਹਨਾਂ ਦੇ ਫੋਨ ਕੀਤਿਆਂ ਆਦਮੀ ਦੀ ਅਦਾਲਤ ਤੋਂ, ਥਾਣਿਆਂ ਤੋਂ ਜਾਨ ਛੁੱਟ ਜਾਂਦੀ ਹੈ, ਤਾਂ ਫਿਰ ਤਾਂ ਤੁਸੀਂ ਮੈਨੂੰ ਦੱਸੋ ਇਹ ਲੋਕ ਬਹੁਤ ਅੱਛੇ ਨੇ, ਕਾਬਿਲ ਨੇ। ਸਰ ਹਰ ਜਗ੍ਹਾ ਤੁਹਾਡਾ ਪੈਸਾ ਲੱਗਣਾ ਹੈ, ਇਹਦਾ ਮਤਲਬ ਇਟਸ ਆਫ ਨਨ ਯੂਜ਼, ਕੋਈ ਫਾਇਦਾ ਨਹੀਂ ਇਹਦੇ ਇਸਤੇਮਾਲ ਦਾ। ਫਿਰ ਇਹ ਸਭ ਕਿਸ ਪਾਰਟੀ ਦੇ ਥਰੂ ਤੁਸੀਂ ਇਲੈਕਸ਼ਨ ਲੜਨਾ, ਕਿਹੜੀ ਪਾਰਟੀ ਨਾਲ? ਜਿਹੜੀ ਪਾਰਟੀ ਦਾ ਮੈਂ ਨਾਂ ਲੈ ਸਕਦਾ, ਸ਼ਾਇਦ ਤੁਸੀਂ ਉਹ ਵੀਡੀਓ ਸ਼ੀਡੀਓ ਹੀ ਨਾ ਨਸ਼ਰ ਕਰ ਸਕੋ। ਨਹੀਂ ਹਾਂ, ਜੋ ਹੈ ਤੁਸੀਂ ਕਿਸ ਪਾਰਟੀ ਨਾਲ ਰਹਿੰਦੇ ਹੋ ਇਹ ਸਾਨੂੰ ਦੱਸ ਦਿਓ। ਮੇਰਾ ਤਾਂ ਜਿਹੜਾ, ਕਿਉਂਕਿ ਅਸੀਂ ਵੇਖੋ ਬਚਪਨ ਤੋਂ ਜਵਾਨ ਹੁੰਦੇ ਵੇਖੇ ਇਮਰਾਨ ਖਾਨ, 90s ਦੀ ਪੈਦਾਵਾਰ ਹੈ, 96 ਦੀ ਮੇਰੀ ਜਿਹੜੀ ਹੈ ਉਹ ਬੇਸਿਕ ਬਰਥ ਈਅਰ ਹੈਗਾ ਮੇਰਾ। ਇਮਰਾਨ ਖਾਨ ਨੂੰ ਅਸੀਂ ਸਮਝਦੇ ਹਾਂ ਕਿ ਕੁਝ ਬਿਹਤਰ ਹੈ, ਲੇਕਿਨ ਮੁਲਕ ਨਾ ਜਿਹੜੀ ਪਾਕਿਸਤਾਨ ਦੀ ਸਲਾਮਤੀ ਉਹ ਸਭ ਨਾਲੋਂ ਪਹਿਲੇ ਜੀ। ਪਾਕਿਸਤਾਨ 47 ਦੇ ਅੰਦਰ ਆਜ਼ਾਦ ਹੋਇਆ, ਲੇਕਿਨ ਅੱਜ ਵੀ ਸਾਡੇ ਹਲਕੇ ਦੇ ਜਿਹੜੇ ਮਸਾਇਲ ਨੇ ਨਾ, ਉਹ ਐਂ ਲੱਗਦਾ ਜੋ ਪਾਕਿਸਤਾਨ ਬਣਨ ਤੋਂ ਪਹਿਲੇ ਦੇ ਗਏ। ਤੁਸੀਂ ਇਹ ਵੇਖੋ ਕਿ ਜਦੋਂ ਨਵਾਬ ਬਹਾਵਲਪੁਰ ਦਾ ਇੱਥੇ ਦੌਰੇ ਹੁਕੂਮਤ ਆ ਨਾ, ਅਗਮੰਡਪੁਰ ਹੋ ਗਿਆ, ਮਿੰਚਰਾਬਾਦ ਹੋ ਗਿਆ, ਅੱਜ ਮੋਟਰਵੇ ਬਣ ਗਈ ਨਾ, ਮੋਟਰਵੇ ਤੇ ਹਰ ਜਗ੍ਹਾ ਤੇ ਕਿਆਮੋ ਤੇ ਆਮ ਹੈਗੇ ਨੇ, ਰੈਸਟ ਸਟੇਸ਼ਨਸ ਹੈਗੇ ਨੇ, ਤੁਸੀਂ ਪੈਟਰੋਲ ਪਵਾਉਂਦੇ ਜੇ, ਤੁਸੀਂ ਸਨੈਕਸ ਕਰਦੇ ਜੇ, ਆਹ ਚੀਜ਼ ਹੁੰਦੀ। ਇੱਥੇ ਉਸ ਤਰ੍ਹਾਂ ਨਵਾਬ ਬਹਾਵਲਪੁਰ ਨੇ ਹਰ ਜਗ੍ਹਾ ਜਿਹੜੇ ਬਣਾਏ ਹਨ, ਇੱਥੇ ਛੋਟੀ ਛੋਟੀ ਕੈਂਟੀਨਸ ਆਈਆਂ, ਆਰਾਮ ਗਾਵਾਂ ਆਈਆਂ, ਅੱਜ ਇਹਨਾਂ ਉਹ ਸਾਰਾ ਖਤਮ ਕਰ ਦਿੱਤਾ। ਭਾਵਲ ਨਗਰ ਇਹਨਾਂ ਨੇ ਮੋਟਰਵੇ ਲਾਂਚ ਕੀਤਾ, ਕੋਸ਼ਿਸ਼ ਕੀਤੀ ਜੋ ਇੱਥੇ ਬਣੇ, ਕਿਉਂ ਇਲੈਕਸ਼ਨਸ ਤੋਂ ਪਹਿਲੇ ਕਿ ਯਾਰ ਅਸੀਂ ਇਹਨਾਂ ਚੂਰਨ ਵੇਚਦੇ, ਅਸੀਂ ਸੀਟਾਂ ਲੈ ਜਾ ਸਕਦੇ, ਲੇਕਿਨ ਕੌਣ ਇੱਥੇ ਪੁੱਛਦਾ ਹੈ? ਇੱਥੇ ਜਿਹੜਾ ਵੀ ਉੱਠਦੇ ਹੁੰਦਾ ਬਸ ਸਾਹਮਣੇ ਨੇ ਦਬਾ ਦਿਓ। ਜੀ ਜੀ ਮਾਸ਼ਾਅੱਲਾ, ਇੱਕ ਤੁਸੀਂ ਇਹਨੇ ਜਿਹੜੇ ਗਰੇ ਲੋਕਾਂ ਦੇ ਸੋਚਦੇ ਨੇ, ਅਸੀਂ ਤੁਹਾਡੀ ਪੋਸਟਾਂ ਵੇਖੀਆਂ ਨੇ ਕਿ ਤੁਸੀਂ ਕਾਫੀ ਸਾਰੇ ਸਕੂਲਾਂ ਦਾ ਵੀ ਦਾਵਾ ਕੀਤਾ ਹੋਇਆ ਵੀ ਮੈਂ ਬਣ ਗਿਆ ਤਾਂ। ਅਗਰ ਵੇਖੋ ਨਾ, ਮੈਂ ਗੱਲ ਕਰਨਾ ਹੁਣ ਮੇਰਾ ਇਲਾਕਾ ਹੈ ਨਾ ਜੀ, ਇੱਥੇ ਮੇਰੇ ਕੋਲੇ ਜਿਹੜੀ ਕੋਈ ਜੱਦੀ ਪੁਸ਼ਤੀ ਜ਼ਮੀਨ ਉਸ, ਕਿਉਂਕਿ ਕਈਆਂ ਟੱਪੇ ਮਾਰਤੇ ਤਾਂ ਮੈਂ ਲਈ ਕੋਈ ਠੀਕ ਹੈ, ਕੋਈ ਸ਼ਾਇਦ ਹੋਵੇ ਕੋਈ ਇੱਕਾ ਦੁੱਕਾ ਮੈਂ ਲੈ ਲਈ ਹੋਵੇ।
ਮੈਂ ਆਨਾ ਕਿ ਇਹ ਆਖਣ ਨਾ ਕੋ ਪ੍ਰੋਜੈਕਟਸ ਹੈਗੇ ਨੇ ਮਿੰਚਨਾਬਾਦ ਤੋਂ ਸ਼ੁਰੂ ਹੋ ਜਾਵਣ। ਜੀ ਪਹਿਲਾ ਅੱਡਾ ਕਿਹੜਾ ਆਂਦਾ ਇਸ ਸਾਈਡ ਤੇ ਮਿੰਚਨਾਬਾਦ ਤੋਂ ਬਾਅਦ? ਇਧਰ ਅੱਡਾ ਆਉਂਦਾ ਹੈ ਜੀ ਬਿਆਣਾ ਅੱਡਾ। ਚਲੋ ਹੈਡ ਸੁਲੇਮਾਨ ਕੀ ਤੋਂ ਸ਼ੁਰੂ ਹੁੰਦਾ। ਹੈਡ ਸੁਲੇਮਾਨ ਕੀ ਮੈਨੂੰ ਸੜਕ ਦੇ ਉੱਤੇ ਇੱਕ ਹਸਪੀਟਲ ਵਿਖਾਵੋ ਕਿ ਜਿਹੜਾ ਹੋਵੇ ਮਿੰਚਨਾਬਾਦ THQ ਤੋਂ ਇਲਾਵਾ। ਜਿਹੜਾ ਬੰਦੇ ਦਾ ਐਕਸੀਡੈਂਟ ਹੈਡ ਸੁਲੇਮਾਨ ਕੀ ਹੋਇਆ ਤਾਂ ਕਿ ਉਹਨੂੰ ਮਿਗਲੋੜਗੰਜ ਜਾਂ ਮੰਡੀ ਸਾਦਕਗੰਜ ਜਾਂ ਕਿਸੇ ਜਗ੍ਹਾ ਉਹਨੂੰ ਬੰਦਾ ਫਸਟ ਏਡ ਦੇ ਦੇਵੇ, ਜੀ ਅਮਲਾ ਉੱਥੇ ਮੌਜੂਦ ਹੋਵੇ। ਫਿਰ ਮਿੰਚਨਾਬਾਦ ਤੋਂ ਅੱਗੇ ਆਵੋ, ਲੋਹਾਰ ਦਾ ਅੱਡਾ ਕਿੰਨਾ ਵੱਡਾ ਹੈ, ਅੱਡਾ ਫੀਡਰ ਕਿੰਨਾ ਵੱਡਾ ਹੈ, ਚੁਪਿਆਣਾ ਅੱਡਾ ਕਿੰਨਾ ਵੱਡਾ ਹੈ। ਇੱਕ ਹਸਪੀਟਲ ਨਹੀਂ ਯਾਰ ਐਮਰਜੈਂਸੀ ਕਾਜ਼ ਵਾਸਤੇ। ਮੈਂ ਆਨਾ ਕਿ ਇੱਕ ਤਾਂ ਇਹ ਬਣਾ ਦੇਵਣ ਕਾਲਜ ਜਿਹੜਾ ਲੜਕੀਆਂ ਦਾ ਹੈ ਉਹ ਚੁਪਿਆਣੇ ਅੱਡੇ ਤੇ, ਜਾਂ ਲੋਹਾਰ ਦਾ ਬਣਾ ਦੇਵਣ ਤੇ ਜਾਂ ਇਹਨਾਂ ਦੇ ਵਿਚਾਲੇ ਕਬੂਤਰੀ ਅੱਡੇ ਤੇ, ਜਿਹੜੀ ਇਹਨਾਂ ਨੂੰ ਅੱਡਾ ਫੀਡਰ ਤੇ ਜਗ੍ਹਾ ਸੂਟੇਬਲ ਲੱਗੇ। ਇਹ ਮਿਸ਼ਨ ਹੁੰਦੇ ਨੇ ਨਾ ਜੀ, ਵਿਦਆਊਟ ਅ ਗੋਲ। ਅਗਰ ਤੁਹਾਡੇ ਕੋਲੇ ਕੋਈ ਮਿਸ਼ਨ ਜਾਂ ਮਕਸਦ ਨਹੀਂ ਹੈ ਜ਼ਿੰਦਗੀ ਦਾ, ਯੂ ਆਰ ਅ ਕੰਪਲੀਟ ਫੇਲਿਅਰ। ਅਗਰ ਮੈਂ ਕੁਝ ਸੋਚ ਨਹੀਂ ਸਕਦਾ, ਮੇਰੀ ਸਲਾਹੀਅਤ ਨਹੀਂ ਹੈ, ਮੈਂ ਪਿਓ ਦਾਦੇ ਦਾ ਨਾਮ ਇਸਤੇਮਾਲ ਕਰਨਾ ਹੈ ਤਾਂ ਮੈਂ ਡਿਲੀਵਰੀ ਨਹੀਂ ਕਰ ਸਕਦਾ। ਜੀ ਸਕੂਲ, ਕਾਲਜ, ਹਸਪੀਟਲ ਤੇ ਬਿਹਤਰ ਜਿਹੜਾ ਮਿਆਰ ਹੈ ਜ਼ਿੰਦਗੀ ਦਾ, that's the least I can provide to my voters and supporters। ਤੁਹਾਡਾ ਸਿਆਸਤ ਚ ਆਉਣ ਦਾ ਮਿਸ਼ਨ ਹੀ ਹੈ? ਮਿਸ਼ਨ ਹੀ ਹੈ, ਹੋਰ ਕੀ ਕਰੀਏ। ਤਿੰਨ ਚੀਜ਼ਾਂ ਨੇ ਹੁਣ। ਠੇਕੇ ਆਵਣ, ਜੀ ਠੇਕੇ ਦੇ ਪੈਸੇ ਲਾ ਤੇ ਕੋ ਖੁਸ਼ੀਆਂ ਗਮੀਆਂ ਤੇ ਜਾਂਦੇ ਰਵੇ, ਕਿਸੇ ਦੀ ਫੌਤਗੀ ਹੋਈ ਹੈ, ਕਿਸੇ ਦੀ ਸ਼ਾਦੀ ਤੇ ਜਾਂਦੇ ਰਵੇ ਤੇ ਆਦਿ ਉਸੇ ਤਰ੍ਹਾਂ ਇੱਕ ਰੂਟੀਨ ਦੇ ਅੰਦਰ ਜ਼ਿੰਦਗੀ ਗੁਜ਼ਾਰੀ ਜਿਵੇਂ ਜ਼ਮੀਨਦਾਰ ਗੁਜ਼ਾਰਦੇ ਨੇ। ਇਹ ਇੱਕ ਤੁਹਾਡਾ ਉਹ ਤਰੀਕਾ ਹੈ ਕਿ ਯਾਰ ਮੈਂ ਕੁਝ ਕਰਨੇ ਆਦੇ ਇਲਾਕੇ ਵਾਸਤੇ। ਉਹ ਇਹਨਾਂ ਦੇ ਨਾਲ ਲੱਗਦੇ ਵੀ ਹੁੱਕਾ ਪੈਨਲ ਨੂੰ ਅਸੀਂ ਜਿਤਾਇਆ, ਇਨਾਮ ਸ਼ੌਕਤ ਸਾਹਿਬ ਨੇ, ਠੀਕ ਹੈ। ਇਹਨਾਂ ਦੇ ਕੁਝ ਸਾਡੇ ਵਾਅਦੇ ਆਏ, ਕੁਝ ਚੀਜ਼ਾਂ ਹੀ ਮੈਂ ਇਹਨਾਂ ਨੂੰ ਆਖਰ ਬੱਚੀਆਂ ਵਾਲਾ ਸਕੂਲ ਹੈ ਤੇ ਸਾਡਾ ਅਪਗ੍ਰੇਡ ਕਰਵਾ ਦੇਵੋ, ਉਹ ਨਹੀਂ ਹੋ ਸਕਾ। ਉਹਦੇ ਤੋਂ ਬਾਅਦ ਮੈਂ ਇਹਨਾਂ ਨੂੰ ਆਖਾ ਮੁਹੰਮਦਪੁਰ ਦੀ ਬਹੁਤ ਵੱਡੀ ਆਬਾਦੀ ਹੈ, BHU ਨੂੰ RH ਕਰ ਦਿਓ, ਵੱਡਾ ਹਸਪੀਟਲ ਕਰ ਦਿਓ, ਉਹ ਨਹੀਂ ਹੋ ਸਕਾ। ਸਾਡੀ ਸੜਕ ਟੁੱਟੀ ਪਈ ਹੈ, ਬੱਚਿਆਂ ਦਾ ਕਾਲਜ ਨਹੀਂ ਹੋਣਾ। ਅਸੀਂ ਤਾਂ ਜ਼ਮੀਨਦਾਰ ਹੈ, ਸਾਡੀ ਜਿਹੜੀ ਰਿਆਇਆ ਬੈਠੀ ਇੱਥੇ ਠੇਕੇਦਾਰ ਦੇ ਮੁਜ਼ਾਰੇ ਨੇ, ਉਹ ਕਿੱਥੋਂ ਤਾਲੀਮ ਹਾਸਲ ਕਰਨ ਮਿੰਚਨਾਬਾਦ ਦੇ ਕਿਰਾਏ ਦੇ। ਤੁਹਾਡੇ ਅੰਦਰ ਨਾ ਕਲਬ ਦੇ ਅੰਦਰ ਜਿਹੜਾ ਨਾ ਉਹ ਦਰਦ ਹੋਵੇ, ਫਿਰ ਤੁਸੀਂ ਕਰ ਸਕਦੇ ਜੀ। ਇਹ ਬੜਾ ਆਸਾਨ ਹੈ, ਪਿਓ ਦਾ ਨਾਂ ਇਸਤੇਮਾਲ ਕਰਦੇ ਕੋਈ MPA ਬਣ ਜਾਵੇ, ਕੋਈ MLA ਬਣ ਜਾਵੇ। ਜੀ ਜੀ ਅਸੀਂ ਵੀ ਇਸ ਮਕਸਦ ਦੇ ਵੀ ਕਾਮਯਾਬ ਹੋ ਗਏ ਤੇ ਵੀ ਸਕੂਲ ਦੀ ਅਪੀਲ ਕਰਨੀ ਹੈ। ਸਾਡੇ ਇੱਕ ਪਿੰਡ 1000 ਘਰ ਹੈ, ਉੱਥੇ ਬੱਚਿਆਂ ਵਾਲਾ ਸਕੂਲ ਨਹੀਂ ਹੈ, ਉਹ ਬॉयਜ਼ ਹੈ, ਉਹ ਵੀ ਮਿਡਲ ਹੈ, ਹੋਰ ਕੋਈ ਸਕੂਲ ਨਹੀਂ ਹੈ। ਇਸ ਵਜ੍ਹਾ ਦੇਖੋ ਤੁਹਾਡਾ ਉਹ ਜੋ ਬੇਸਿਕਲੀ ਇਹ ਮਸਲੇ ਹੀ ਹੋਣੇ। ਜੀ ਤੁਹਾਡੇ ਘਰ ਦੇ ਨਾਲ ਕਾਲਜ ਹੋਵੇ ਨਾ ਜੀ, ਤੁਹਾਡੀ ਵਸਤੀ ਦੇ ਵਿੱਚ ਇੱਕ ਕਾਲਜ ਹੋਵੇ, ਟੋਬਾ ਬਲੋਚਾ ਇੱਕ ਕਾਲਜ ਹੋਵੇ, ਮੁਹੰਮਦਪੁਰ ਸੰਸਾਰ ਇੱਕ ਸੈਦ ਅਲੀ, ਤੇ ਫਿਰ ਸ਼ਾਇਦ ਹਰ ਘਰ ਦੇ ਬੱਚੇ ਨੇ FA ਕੀਤਾ ਹੋਵੇ, 12 ਕੀਤੀ ਹੋਵੇ। ਸਰ ਤੁਹਾਨੂੰ ਪਤਾ ਹੈ ਇੱਕ ਤੁਹਾਡਾ ਦਿਲ ਨਹੀਂ ਕਰਦਾ ਪੜਨ ਤੋਂ, ਉੱਤੋਂ ਤੁਹਾਨੂੰ ਸ਼ਹਿਰ ਜਾਣਾ ਪਵੇ। ਤੁਸੀਂ ਮौज ਕਰਨ ਤਾਂ ਜਾ ਸਕਦੇ, ਜੇ ਪੜਨ ਨਹੀਂ ਜਾ ਸਕਦੇ, ਦਿਲ ਨਾ ਕਰੇ ਜੀ। ਮੀਆਂ ਸਾਹਿਬ ਇਹ ਤਾਂ ਹੋ ਗਿਆ ਸਿਆਸਤ ਦੇ ਵਾਲੇ ਨਾਲ ਤੇ ਵਕਾਲਤ ਦੇ ਵਾਲੇ ਨਾਲ। ਹੁਣ ਆਪਾਂ ਤੁਹਾਡੀ ਲਾਈਫ ਦੇ ਸਟਾਈਲ ਮਤਲਬ ਕਿਸ ਚੀਜ਼ ਦਾ ਸ਼ੌਂਕ ਰੱਖਦੇ ਨੇ ਤੁਸੀਂ? ਸ਼ੌਂਕ ਦੇ ਵਾਲੇ ਨਾਲ ਸਾਨੂੰ। ਸ਼ੌਕ ਜੀ ਮੈਨੂੰ ਬਹੁਤ ਕੰਮ ਨੇ। ਮੈਂ ਬੜੀ ਛੋਟੀ ਉਮਰ ਦੇ ਅੰਦਰ ਹੱਜ ਕੀਤਾ, 40 ਦਿਨ ਉੱਥੇ ਗੁਜ਼ਾਰੇ, ਇਬਾਦਤ 19 ਸਾਲ ਦੀ ਉਮਰ 'ਚ ਰੱਬ ਦੇ ਘਰ ਦੇ ਅੰਦਰ। ਤੇ ਉਹ ਥੋੜਾ ਜਿਹਾ ਨਾ ਬੰਦਾ ਮਿੱਟੀ ਬਣ ਜਾਂਦਾ। ਉਹਦੇ ਤੋਂ ਬਾਅਦ ਮੈਂ ਸਾਰੀ ਜ਼ਿਆਰਤਾਂ ਤੇ ਗਿਆ, ਈਰਾਨ, ਇਰਾਕ, ਸ਼ਾਮ ਵਗੈਰਾ, ਉੱਥੇ ਸਾਰਾ। ਤੇ ਸ਼ੌਕ ਤਾਂ ਮੈਨੂੰ ਲੱਗਦਾ ਹੈ ਜਿਵੇਂ ਬਾਬਾ ਬਣ ਗਿਆ। ਸ਼ੌਕ ਐ ਸੱਚ ਨਹੀਂ ਹੈਗੇ ਮੈਨੂੰ, ਠੀਕ ਹੈ। ਕੋਈ ਦੋਸਤ ਯਾਰ ਨੇ ਆਂਦੇ ਨੇ ਤੁਸੀਂ ਐਂ ਕਰ ਲਓ, ਐਂ ਕਰ ਲਓ। ਹਾਂ ਬਸ ਇਹ ਕਿ ਯਾਰ ਕੁਝ ਆਦੇ ਇਲਾਕੇ ਵਾਸਤੇ ਕਰ ਦਿਓ, ਇਹ ਸ਼ੌਕ ਹੈ। ਚੈਰਿਟੀ ਬੇਸਡ ਜੀ, ਉਹ ਆਵਾਮ ਨੂੰ, ਆਵਾਮ ਦੇ ਉੱਤੇ ਲਾ ਦੇਵੋ ਜੀ। ਕੋਈ ਚੀਜ਼ ਕੋਈ ਸ਼ਾਇਰੀ ਦਾ ਸ਼ੌਂਕ ਹੈ? ਨਹੀਂ, ਮੈਂ ਨਾ ਇੰਗਲਿਸ਼ ਨੋਵਲਸ ਪੜ੍ਹਨਾ ਮੈਂ, ਤੇ ਵਰਲਡ ਡਿਕਟੇਟਰਸ ਹਿਸਟਰੀ ਪੜ੍ਹਨਾ, ਜਿਹੜੇ ਕੀ ਆਦੇ ਨੇ ਡਿਕਟੇਟਰ ਜਨਰਲਸ ਆਏ ਜਿਨ੍ਹਾਂ ਨੇ ਮੁਲਕਾਂ ਦੀ ਜਮਹੂਰੀਅਤ ਨੂੰ ਕ੍ਰਸ਼ ਕੀਤਾ, ਉਹ ਮੈਂ ਪੜ੍ਹਨਾ। ਤੇ ਬਸ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਦੀ ਇਸਲਾਹ ਕਰਾਂ। ਇਹ ਸ਼ੌਕ ਹੈ ਮੈਨੂੰ, ਇਸਲਾਹ ਕਰਾਂ ਮੈਂ ਆਦੀ ਜੀ। ਹੋਰ ਕੋਈ ਨਹੀਂ ਆ ਸੱਚ। ਜ਼ਿੰਦਗੀ ਦਾ ਕੋਈ ਅਹਿਮ ਹਿੱਸਾ ਜਿਹੜਾ ਹੋਵੇ ਉਹ ਦੱਸ। ਜ਼ਿੰਦਗੀ ਦਾ ਸਭ ਨਾਲੋਂ ਅਹਿਮ ਹਿੱਸਾ ਇਹ ਹੈ ਜਦੋਂ ਵਾਲ ਸਾਹਿਬ ਰਿਟਾਇਰ ਹੋਏ ਤੇ ਅਸੀਂ ਬਹਾਵਲਨਗਰ ਸ਼ਿਫਟ ਹੋਏ, ਤੇ ਮੈਨੂੰ ਕੋਈ ਵੀ ਨਹੀਂ ਜਾਣਦਾ। ਤੇ ਮੈਂ ਇੱਥੇ ਆਇਆ, ਕੋਈ 2 ਦਿਨ ਰੁਕਾ ਮੁਹੰਮਦਪੁਰ, ਮੈਂ ਆਵਾਜ਼ਾਰ ਹੋ ਗਿਆ, ਮੈਂ ਵਾਪਸ ਲਾਹੌਰ ਚਲਾ ਗਿਆ। ਹਾਲੇ ਵੀ ਲਾਹੌਰ ਘਰ ਹੈ ਮੇਰਾ। ਉੱਥੇ ਮੈਂ ਗਿਆ, ਮੈਂ ਵਾਪਸ ਆਇਆ। ਮੈਂ ਕਿਹਾ ਯਾਰ ਜਿੱਥੇ ਹਰ ਚੀਜ਼ ਤੁਹਾਨੂੰ ਜਦੀ ਪੁਸ਼ਟੀ ਮਿਲੀ ਹੈ, ਤੁਹਾਡਾ ਉੱਥੇ ਹੀ ਦਿਲ ਨਹੀਂ ਲੱਗਦਾ। ਤੁਸੀਂ ਆਦੇ ਇਲਾਕੇ 'ਚ ਨਹੀਂ ਰਹਿ ਸਕਦੇ ਤਾਂ ਤੁਸੀਂ ਦੁਨੀਆ ਦੇ ਕਿਸੇ ਕੋਨੇ ਦੇ ਅੰਦਰ ਵੀ ਜਾਂਦੇ ਰਹੋ, ਤੁਸੀਂ ਨਹੀਂ ਰਚ ਪਾ ਸਕਦੇ। ਉਹਦੇ ਤੋਂ ਬਾਅਦ ਫਿਰ ਮੈਂ ਇੱਥੇ ਪਰਮਾਨੈਂਟ ਆ ਗਿਆ। ਇਹ ਲਾਈਫ ਚੇਂਜਿੰਗ ਮੇਰੇ ਵਾਸਤੇ ਮੂਵਮੈਂਟ ਆ। ਫਿਰ ਉਹਦੇ ਤੋਂ ਬਾਅਦ ਇਲੈਕਸ਼ਨ ਆ ਗਿਆ, ਅਬ 2022 ਵਾਲਾ ਚਾਚੂ ਰਾਸ਼ਦ ਦਾ ਹਲਕੇ ਦੇ ਅੰਦਰ ਰਿਹਾ, ਤੇ ਫਿਰ 26 ਵਾਲਾ ਇਲੈਕਸ਼ਨ ਆਇਆ। ਬੜੀਆਂ ਉਮੀਦਾਂ ਆਈਆਂ ਮੈਨੂੰ, ਲੇਕਿਨ ਬਸ ਇਹ ਕੁਝ ਸਟੈਪ ਬਾय ਸਟੈਪ ਇਹ ਚੀਜ਼ਾਂ ਹੁੰਦੀਆਂ ਨੇ। ਇਨਸਾਨ ਵਿਦ ਦ ਪੈਸੇਜ ਆਫ ਟਾਈਮ ਜ਼ਿੰਦਗੀ ਦੇ ਨਾਲ ਸਿੱਖਦਾ। ਮੀਰ ਰਾਸ਼ਦ ਨਾਲ ਅਟੈਚਮੈਂਟ ਸੀ ਤੁਹਾਡੀ?
ਸਾਡੀ ਬਰਾਦਰੀ ਹੈ ਜੀ, ਇਕੱਠੇ ਸਾਰੇ ਮਾਸ਼ਾਅੱਲਾ ਨਾਲ ਚੱਲਦੇ ਹੈ। ਬੜਾ ਉਹਨਾਂ ਦਾ ਪੀਰੀਅਡ ਇੱਥੇ ਜਿਵੇਂ ਗੁਜ਼ਰਾ, ਇੱਕ ਜ਼ਿੰਦਗੀ ਜਿਵੇਂ ਨਰ ਆਦਮੀ ਗੁਜ਼ਾਰਦਾ ਹੈ, ਜੀ ਦਲੇਰ ਬੰਦਾ, ਉਵੇਂ ਉਹਨਾਂ ਗੁਜ਼ਾਰੀ। ਜੀ ਭਾਵੇਂ ਉਹਨਾਂ ਨੂੰ ਗਰੀਬ ਦਾ ਕੰਮ ਕਰਨਾ ਪਏ, ਕਿਸੇ ਦੇ ਪੈਰ ਫਾੜਤੇ, ਕਿਸੇ ਦੀ ਮਿੰਨਤ ਕਰਤੇ, ਕਿਸੇ ਨੂੰ ਜ਼ਬਰ ਨਾਲ ਜ਼ਬਰਦਸਤੀ ਆਖਤੇ, ਉਹਨਾਂ ਗਰੀਬ ਦਾ ਸਾਥ ਦਿੱਤਾ ਹੈ। ਉਹ ਜਿਹੜਾ ਆਦਮੀ ਹੈ ਨਾ, ਅਗਰ ਵੇਖਿਆ ਜਾਵੇ ਆਪਣੇ ਇਲਾਕੇ ਵਾਸਤੇ ਤਾਂ ਇੱਕ ਰੋਲ ਮਾਡਲ ਹੈ, ਜੀ ਕਿਉਂਕਿ ਬਹੁਤ ਰਈਸ ਜਾਂ ਉਤਨਾ ਵੱਡਾ ਜਾਗੀਰਦਾਰ ਨਹੀਂ, ਜੀ ਲੇਕਿਨ ਚਾਚੂ ਹੋਰਾਂ ਨੇ ਫਿਰ ਵੀ ਆਦੀ ਜਿਹੜੀ ਜ਼ਿੰਦਗੀ ਉਹ ਆਦੇ ਇਲਾਕੇ ਵਾਸਤੇ ਕੀਤੀ, ਸਾਰੀ ਵਕਫ ਕੀਤੀ, ਜਿੰਨਾ ਹੋ ਸका ਉਤਨੇ ਗਰੀਬਾਂ ਦੇ ਨਾਲ ਚੱਲੇ, ਸਾਥ ਦਿੱਤਾ ਸਾਰਾ ਆਦੀ ਆਵਾਮ ਦਾ। ਅੱਛਾ ਮੀਆਂ ਸਾਹਿਬ, ਹੁਣ ਮੀਆਂ ਰਾਸ਼ਦ ਸਾਹਿਬ ਜਾਣ ਤੋਂ ਬਾਅਦ ਹੁਣ ਮੀਆਂ ਤਾਰਾ ਖੜੇ ਹੋਏ, ਤੁਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਜਾਂ ਕਿਸੇ ਹੋਰ ਨੂੰ ਸਪੋਰਟ ਕਰਦੇ ਪਏ? ਵੇਖੋ ਜੀ, ਮੇਰਾ ਤਾਂ ਪਾਰਟੀ ਮਤਲਬ ਉਹਨਾਂ ਦੀ ਪਾਰਟੀ ਨਾਲ ਨੇ ਜਾਂ ਕੋਈ ਹੋਰ ਪਾਰਟੀ ਬਣਾ ਰਹੇ? ਵੇਖੋ ਚਾਚੂ ਰਾਸ਼ਦ ਦੀ ਹੱਦ ਤੱਕ, ਅਗਰ ਮੇਰੇ ਵਾਲ ਸਾਹਿਬ ਦੇ ਕਜ਼ਨ ਹੈ ਚਾਚੂ ਰਾਸ਼ਦ ਜਿਹੜੇ ਨੇ, ਅੱਬੂ ਤੋਂ ਛੋਟੇ ਹੈ ਕਾਫੀ, ਤੇ ਉਹਨਾਂ ਨੂੰ ਉਦੋਂ ਪੂਰੀ ਬਰਾਦਰੀ ਨੇ ਸਪੋਰਟ ਕੀਤਾ। ਉਹ ਚੇਅਰਮੈਨ ਨਾਜ਼ਮ ਜਿੱਤੇ, ਇੱਕ ਵਾਰੀ ਪਹਿਲੇ ਵੀ ਖੜੇ ਹੋਏ, ਹਾਰ ਗਿਆ। ਉਦੋਂ ਚਾਚੂ ਤਾਰਕ ਵੀ ਜਿਹੜੇ ਹੈ ਨੋਮਿਨੀ ਹੈ, ਲੇਕਿਨ ਜਿਵੇਂ ਬਰਾਦਰੀ ਸਾਰੀ ਦਾ ਫੈਸਲਾ ਹੋਇਆ ਜੋ ਚਾਚੂ ਰਾਸ਼ਦ ਨੂੰ ਲਿਆਣਾ, ਜਿਵੇਂ ਜੀ ਵੱਡਾ ਫੈਸਲੇ ਕਰ ਸਨ, ਜਿਵੇਂ ਵੱਡਿਆਂ ਨੇ ਆਖਾ ਉਵੇਂ ਕਰ ਸਨ। ਲੇਕਿਨ ਮੈਂ ਹਾਂ ਨੈਸ਼ਨਲ ਅਸੈਂਬਲੀ ਦਾ ਕੈਂਡੀਡੇਟ, ਮੇਰਾ ਪੀਪੀਜ਼ ਦੇ ਅੰਦਰ ਪ੍ਰੋਵਿੰਸ਼ੀਅਲ ਅਸੈਂਬਲੀ ਜਿਹੜੀ ਹੈਗੀ ਹੈ 37 ਜਾਂ 38, ਉਹਦੇ ਅੰਦਰ ਇਤਨਾ ਅਮਲ ਦਖਲ ਨਹੀਂ ਹੈ, ਉਹ ਆਦਾ ਕਰਨ ਇਨਸ਼ਾਅੱਲਾ ਸਪੋਰਟ ਕਰ ਸਨ, ਤੇ ਜਿਵੇਂ ਖਾਨਦਾਨ ਦਾ ਫੈਸਲਾ ਹੋਇਆ ਇਨਸ਼ਾਅੱਲਾ। ਤੁਸੀਂ ਐਮਐਨਏ ਕਿਹੜੀ ਸੀਟ ਜੀ? ਮਤਲਬ ਐਨ 160 ਹੈਗਾ, ਨੈਸ਼ਨਲ ਅਸੈਂਬਲੀ ਦਾ ਹਲਕਾ ਹੈ 160। ਅੱਛਾ ਮੀਆਂ ਸਾਹਿਬ, ਹੁਣ ਤੁਸੀਂ ਖੜੇ ਹੋਏ ਨੇ ਤੇ ਹਲਕੇ ਦੇ ਵਿੱਚ ਤੁਹਾਡਾ ਕੀ ਰਿਸਪੌਂਸ ਹੈ? ਆਵਾਮ ਕੀ ਆਖਦੀ ਹੈ? ਹਲਕੇ ਦੀ ਜਿਹੜੀ ਆਵਾਮ ਹੈ ਨਾ ਜੀ, ਉਹ ਆਵਾਮ ਨਹੀਂ, ਉਹ ਮੇਰੇ ਤੁਹਾਡੇ ਰੰਗੇ ਲੋਕ ਨੇ, ਮਤਲਬ ਉਹ ਆਪਾ ਹੀ ਹੈ ਜੀ, ਆਪਾ ਹੀ ਹੈ। ਤੇ ਉਹਨਾਂ ਲੋਕਾਂ ਦੇ ਅੰਦਰ ਬਹੁਤ ਕੀ ਆਂਦੇ ਨੇ ਖੁਸ਼ੀ ਹੈ, ਉਹ ਕਬੂਲ ਕਰਦੇ ਨੇ। ਬੇਸਿਕਲੀ ਉਹ ਹਰ ਅੱਛੇ ਸ਼ਖਸ ਨੂੰ ਕਬੂਲ ਕਰਦੇ ਨੇ। ਆਪਣੇ ਇਲਾਕੇ ਦਾ ਵੈਸੇ ਹੀ ਰਿਵਾਜ ਹੈ ਕਿ ਹਰ ਬੰਦੇ ਦੀ ਇੱਜ਼ਤ ਕਰਨੀ ਹੈ। ਲੋਕਾਂ ਦਾ ਅੱਛਾ ਰਿਸਪੌਂਸ, ਲੋਕ ਕਬੂਲ ਕਰਦੇ ਨੇ, ਲੋਕਾਂ ਦੀ ਐਕਸਪੈਕਟੇਸ਼ਨਸ ਹੈਗੀਆਂ ਨੇ, ਲੋਕ ਸੋਚਦੇ ਨੇ, ਤੁਹਾਨੂੰ ਮਿਲਣਾ ਚਾਹੁੰਦੇ ਨੇ, ਕਰਨਾ ਚਾਹੁੰਦੇ ਨੇ। ਲੇਕਿਨ ਮੇਰੀ ਉਮਰ 29 ਸਾਲ 30 ਸਾਲ ਹੈ ਮੇਰੀ ਉਮਰ, ਤੇ ਮੇਰੇ ਕਿਉਂਕਿ ਵਾਲਿਦ ਸਾਹਿਬ ਦੀ ਵੀ ਸਾਰੀ ਸਰਵਿਸ ਬਾਹਰ ਦੀ ਰਹੀ, ਮੈਂ ਇੱਥੇ ਹਾਂ ਨਹੀਂ, तो मेरी उतनी कनैक्टिविटी नहीं आई लोगों नाल। लेकिन हुण जितना मैं इस 2 साल के सियासी पीरियड के अंदर वेख्या, मैं समझना कि शायद मैं किसी जगह बह जाना ना, तो कदे बाज़ औकात मेरा पूरा दिन ते रात भी उत्थे गुजर जाती। मैं एक बस्ती च जाना कि आंदे ने किसी दोस्त की शादी ते नाल अगले फड़ ते दूजी ते लै जांदे ने, एक जगह फाते करन गया तो नाल 5-6 अगे होर लै जाए। मतलब ये मुहब्बत है तुहाडी, आवाम चाहती है तुसीं दुख ते सुख दे अंदर शरीक हो। रही गल थाने दी, अदालत दी, तो हर बंदियां दे ये मसले होंदे ने सारे। लेकिन ये जिहड़ा खराब कीता है ना जी मामला थाने अदालत वाला, 6,33,000 वोटर के अंदर सिर्फ 100 बंदा है। हर बस्ती के अंदर तकरीबन एक अद्धा बंदा है जेड़े इन्हां दे फ्रंट मैन हैगे ने। शायद MP MNAs नूं भी ना पता होवे, उन्हां दे घर ते चट्टी लैंदे ने जेड़े, ठीक है, ते उन्हां च वड्डे वड्डे सरदार भी हैगे ने, जमींदार भी है, क्यों रकबियां तो सारे ही हुण वेले होए खड़े ने आलमोस्ट, ठीक है। तो उन्हां दा यार किसी तरह साडा जिहड़ा लाइफ स्टाइल है, लिविंग स्टैंडर्ड है, बरकरार रह जावे जी। और लास्ट गल जिहड़ी तुसीं साडे फॉलोअरां नूं ते आदी जिंदगी दे विच जो एक्सपीरियंस कीता ਉਹ ਸੁਣਾ ਦੱਸੋ। ਵੇਖੋ, ਕਦੇ ਵੀ ਜ਼ਿੰਦਗੀ ਦੇ ਕਿਸੇ ਵੀ ਮਕਾਮ ਤੇ ਨਾ ਤੁਸੀਂ ਰੁਕਣਾ ਨਹੀਂ ਹੈ। ਤੁਸੀਂ ਅਗਰ ਦੌੜ ਰਹੇ ਜੇ ਤਾਂ ਚੱਲਣ ਲੱਗ ਜਾਓ, ਚੱਲ ਰਹੇ ਜੇ ਤਾਂ ਥੱਕ ਗਏ ਜੇ ਤਾਂ ਰੀਂਗਣ ਲੱਗ ਜਾਓ, ਲੇਕਿਨ ਕਦੇ ਵੀ ਜ਼ਿੰਦਗੀ ਨੂੰ ਫੁੱਲ ਸਟਾਪ ਨਾ ਲਾਓ। ਅੱਲਾਹ ਤਾਲਾ ਨੇ ਇਨਸਾਨ ਨੂੰ ਬਹੁਤ ਕੁਵਤ ਦਿੱਤੀ ਹੈ, ਉਹਨੂੰ ਹਮੇਸ਼ਾ ਸਹੀ ਡਾਇਰੈਕਸ਼ਨ ਦੇ ਉੱਤੇ ਇਸਤੇਮਾਲ ਕਰੋ ताकि ਤੁਹਾਡਾ इलाका, ਤੁਹਾਡੇ घर ਦੇ ਲੋਕ, ਤੁਹਾਡਾ दाएं बाएं जितने भी लोग ਤੁਹਾਡੇ ने उस चीज तो मुस्तफीद हो सकन। ते हमेशा ऑलवेज बी पॉजिटिव। ਤੁਹਾਡੇ सामने जितनी भी नेगेटिव चीज आवे, नेगेटिविटी आवे, तुसी समझो कि बुराई है, तुसी ਉਹਨੂੰ अच्छाई नाल तब्दील करो। ये इंसान की सोच होवे। एक बड़ी अच्छी चीज है, एक लाइन है, इंसान की तो सिर्फ सोच है, बाकी सब हड्डियां और गोश्त है। इंसान ते जानवर दे अंदर सिर्फ फर्क ये है कि अल्लाह ताला ने इंसान को दिमाग दिता है। और दिमाग क्यों दिता है? कि उन्हें उन्हें अशरफुल मखलूकात बनाया है। ते पुट योर स्ट्रगल्स ऑन द राइट पाथ, बी अ गुड मैन, ठीक है, ते लेट द टाइम डिसाइड कि तुसी जिंदगी किस तरह दी गुजारी, एंड देन पीपल विल रिमेंबर यू। ये सब एक और गल है जिहड़ी मौजूदा हुकूमत चल रही है, इन बारे तुहाडा की ख्याल है? देखो जी, मौजूदा हुकूमत के बारे में मेरा ये ख्याल है कि मैडम मरियम नवाज शरीफ, मतलब टोटल ओवरऑल जी शरीफ फैमिली है, जी रूलर है इस टाइम पंजाब की,
ਅਸੀਂ ਮੁਤਾਲੇ ਪਾਕਿਸਤਾਨ ਅੰਦਰ ਜਿਹੜੀ ਇੱਕ ਮੈਂਡੇਟਰੀ ਬੁੱਕ ਹੈ, ਹਰ ਸਿਲੇਬਸ ਦਾ ਲਾਜ਼ਮੋ ਮਜ਼ਲੂਮ ਹਿੱਸਾ ਹੈ ਜਿਹੜਾ, ਉਹਦੇ ਅੰਦਰ ਇਹ ਲਿਖਿਆ ਗਿਆ ਹੈ ਕਿ ਪਾਕਿਸਤਾਨ ਦਾ 70% ਜਿਹੜੀ ਆਮਦਨੀ ਉਹ ਜ਼ਰਾਤ ਤੋਂ ਜਨਰੇਟ ਹੁੰਦੀ ਹੈ, ਜੀ ਜਿਹੜਾ ਆਪਾਂ GDP ਜਿਹਨੂੰ ਆਖੀਏ, ਗ੍ਰੋਥ ਡੋਮੈਸਟਿਕ ਪ੍ਰੋਡਕਟ। ਕਿਸਾਨਾਂ ਵਾਸਤੇ ਇਹਨਾਂ ਦੀ ਕੋਈ ਸਬਸਿਡੀ ਨਹੀਂ ਹੈ। ਵੇਖੋ ਖੈਰਾਤ ਹੈ ਨਾ ਜਿਹੜੀ, ਕਿ ਕਿਸਾਨ ਨੂੰ 1.5 ਲੱਖ ਉਧਾਰ ਦੇ ਦਿੱਤਾ ਤੇ 6 ਮਹੀਨੇ ਬਾਅਦ ਲੈ ਲਿਆ ਨਾ, ਤੁਸੀਂ ਕਿਸਾਨਾਂ ਨੂੰ ਸਬਸਿਡਾਈਜ਼ ਕਰੋ, ਖਾਦਾਂ ਦੇ ਰੇਟ ਕਮ ਕਰੋ, ਉਹਨਾਂ ਦੇ ਟਰੈਕਟਰਾਂ ਦਾ ਡੀਜ਼ਲ, ਮੈਂ ਨਹੀਂ ਹੁੰਦਾ ਕਮਰਸ਼ੀਅਲ ਬੱਸਾਂ ਚੱਲਦੀਆਂ ਨੇ ਉਹਨਾਂ ਦਾ ਡੀਜ਼ਲ ਪੂਰਾ ਹੋਵੇ, ਟਰੈਕਟਰ ਕਾਰਡਸ ਬਣੇ ਹੋਣ ਜਿਹੜੇ ਕਿਸਾਨ ਦੇ ਨਾਮ ਨੇ, ਉਹਨਾਂ ਨੂੰ ਖਾਦ ਉਹਨਾਂ ਨੂੰ ਜਿਹੜਾ ਡੀਜ਼ਲ ਦੇ ਅੰਦਰ ਛੂਟ ਹੋਵੇ। ਉਹਦੇ ਤੋਂ ਬਾਅਦ ਇਹਦੇ ਉੱਤੇ ਜਿਹੜਾ ਟੈਕਸ ਹੈ ਨਾ 200% ਟਰੈਕਟਰ ਦੇ ਉੱਤੇ ਟੈਕਸ, ਮਤਲਬ ਟਰੈਕਟਰ ਅਸਲ 10 ਲੱਖ ਦਾ 200% ਉਹਦੇ ਉੱਤੇ ਕਸਟਮ ਤੇ ਫੈਡਰਲ ਐਕਸਾਈਜ਼ ਡਿਊਟੀ ਹੈ ਜਿਹੜਾ ਵਫਾਕ ਹੁਕੂਮਤ ਉਹਦੇ ਤੋਂ ਟੈਕਸ ਲੈਂਦੀ ਹੈ, ਉਹ ਖਤਮ ਕਰਨਾ, ਜਿਹੜੇ ਕਿਸਾਨਾਂ ਨੇ ਯੂਜ਼ ਕਰਨੇ ਨੇ, ਕਿਉਂਕਿ ਹਰ ਆਈਡੀ ਕਾਰਡ ਤੇ ਪਤਾ ਲੱਗ ਜਾਂਦਾ ਬੰਦੇ ਨੇ 5 ਕਿੱਲੇ ਨੇ, 10 ਨੇ, 20 ਨੇ, ਉਹਨੂੰ ਉਹ ਸਬਸਿਡਾਈਜ਼ ਕਰਨ। ਫਿਰ ਕੀ ਕਰਨ, ਫਿਰ ਇਹ ਐਕਸਪੋਰਟ ਕਰਨ ਇਥੋਂ ਚੀਜ਼ਾਂ। ਇਹ ਹਕੂਮਤ ਕੀ ਕਰਦੀ ਹੈ, ਇਹ ਨਹੀਂ ਕਿ ਮੈਂ ਕੱਟਰ ਮੁਖਾਲਫ ਹਾਂ ਇਹਨਾਂ ਦਾ, ਇਹ ਹਕੂਮਤ ਇਹ ਕਰਦੀ ਹੈ ਕਿ ਇਹ ਰੂਸ ਤੋਂ ਇਹਨਾਂ ਨੇ ਗੰਦਮ ਮੰਗਵਾ ਲਿਆ। ਅੱਜ ਤੋਂ 2 ਸਾਲ ਪਹਿਲੇ ਜਦੋਂ ਸਾਡੇ ਇੱਥੇ ਬੋਰੀਆਂ ਵਿਕੀਆਂ, 2 ਸਾਲ ਪਹਿਲੇ ਇਹਨਾਂ ਰੂਸ ਤੋਂ ਗੰਦਮ ਮੰਗਵਾ ਲਈ ਤੇ ਇੱਥੇ ਕਿਸਾਨ ਦੀ ਗੰਦਮ ਦਾ ਰੇਟ ਟੁੱਟ ਗਿਆ। ਇਸੇ ਤਰ੍ਹਾਂ ਮੈਂ ਨਾ, ਜੇ ਤੁਸੀਂ ਆਵਾਮ ਦਾ ਇਤਨਾ ਸੋਚਣਾ ਹੈ, ਤੁਸੀਂ ਵੀ ਆਦੇ ਜਿਹੜੀ ਤੁਹਾਡੀ ਟਰਾਂਸਪੋਰਟ ਤੇ ਮੂਵੇਬਿਲਿਟੀ ਦੀਆਂ ਚੀਜ਼ਾਂ ਨੇ ਉਹਨਾਂ ਦਾ ਤੁਸੀਂ ਪੈਟਰੋਲ ਤੋਂ ਆਦੇ ਜੀ, ਇਹ ਫਿਰ ਤੇਲ ਮੰਗਵਾਉਣ ਈਰਾਨ ਤੋਂ, ਗੈਸ ਮੰਗਵਾਉਣ ਈਰਾਨ ਤੋਂ, ਉੱਥੇ ਮੋਨੋਪੋਲੀ ਹੈ, ਉੱਥੇ ਅਮਰੀਕਨ ਜਿਹੜੀਆਂ ਨੇ ਸੈਂਕਸ਼ਨਸ ਨੇ, ਉਹ ਬਾਉਂਡਰੀਜ਼ ਨੇ ਉਹਨਾਂ ਦੀਆਂ। ਲੇਕਿਨ ਜਿਸ ਟਾਈਮ ਆਵਾਮ ਦੀ ਜਾਂ ਕਿਸਾਨ ਨੂੰ ਤੋੜਨ ਦੀ ਗੱਲ ਆਉਂਦੀ ਹੈ, ਰੂਸ ਤੋਂ ਗੰਦਮ ਮੰਗਵਾ ਲਓ, ਆਵਾਮ ਦਾ ਫਾਇਦਾ ਤੇਲ ਚੋਂ ਹੈ ਜਿਹੜਾ ਆਪਾਂ ਨੂੰ ਈਰਾਨ ਦੇ ਸਕਦੇ, ਲੇਕਿਨ ਉਹ ਇਹਨਾਂ ਨਹੀਂ ਦੇਣਾ ਜੀ। ਇਹਨਾਂ ਨੇ ਗੈਸ ਦਾ ਫਾਇਦਾ ਜਿਹੜਾ ਈਰਾਨ ਦੇ ਸਕਦੇ ਉਹ ਨਹੀਂ ਦੇਣਾ। ਇਹ ਬੇਸਿਕਲੀ ਮੋਨੋਪੋਲੀ ਵਾਲੀ ਪਾਲਿਸੀ ਹੈ। ਪੰਜਾਬ ਦੇ ਉੱਤੇ ਹੋਰ ਵੀ ਬਰਡਨ ਬੜਾ ਹੈ। ਬਲੋਚਿਸਤਾਨ, KPK, ਇਹ 2 ਪ੍ਰੋਵਿੰਸਸ, 3rd ਜਿਹੜਾ ਹੈ ਤੁਸੀਂ ਕਸ਼ਮੀਰ ਨੂੰ ਕੰਸੀਡਰ ਕਰ ਲਓ, ਗਿਲਗਿਤ 4th one। ਤੁਸੀਂ ਇਹਨਾਂ ਸੂਬਿਆਂ ਦੇ ਅੰਦਰ ਜਿਸ ਟਾਈਮ ਜਾਵੋ ਨਾ ਜੀ, ਤੁਹਾਨੂੰ NCP ਨਾਨ ਕਸਟਮ ਪੇਡ ਕਾਰਸ ਮਿਲਦੀਆਂ। ਲੈਟਸ ਸਪੋਜ਼ ਕਿ ਜੀ ਪੰਜਾਬ ਦੇ ਅੰਦਰ ਗੱਡੀ 10 ਲੱਖ ਦੀ ਨਾ, ਤੇ ਉੱਥੋਂ ਗੱਡੀ 3 ਲੱਖ ਰੁਪਏ ਦੀ। ਸਾਡਾ ਟੈਕਸ ਦੂਸਰੇ ਸੂਬਿਆਂ ਤੋਂ ਜ਼ਿਆਦਾ ਹੈ ਸਾਨੂੰ, ਲੇਕਿਨ ਉਤਨੀ ਜਿਹੜੀ ਫੈਸਿਲਿਟੀਆਂ ਨੇ ਉਹਨਾਂ ਸੂਬਿਆਂ ਦੀ ਹੈਸੀਅਤ ਨਾਲ ਨਹੀਂ ਦਿੱਤੀਆਂ ਜਾ ਰਹੀਆਂ ਜੀ। ਇਹ ਪਾਸੇ ਤਨਕੀਦ ਤਾਂ ਨਹੀਂ ਹੈ, ਲੇਕਿਨ ਇਹਨਾਂ ਚੀਜ਼ਾਂ ਨੂੰ ਬਿਹਤਰ ਕਰਨਾ ਚਾਹੀਦਾ ਇਹਨਾਂ ਨੂੰ ਜੀ। ਇਹ ਤੁਹਾਡੇ ਜ਼ਿਹਨ 'ਚ ਇਹ ਖਿਆਲ ਹੈ? ਦੇਖੋ ਨਾ, ਇੱਕ ਬੰਦਾ ਹੁਣ ਮੈਂ ਆਖਾਂ ਜੋ ਮੈਂ ਐਵੇਂ ਸਿਆਸਤ ਕਰਨੀ, ਮੁਲਕ ਦੇ ਹੀਮ ਦਾ ਮੈਨੂੰ ਨਾ ਪਤਾ ਹੋਵੇ, ਇੱਕ ਸਿਆਸਤਦਾਨ ਨਾ ਇੱਥੇ ਬੈਠਾ ਨਾ, ਤੁਸੀਂ ਉਹਦੇ ਤੋਂ ਪੁੱਛੋ ਜੀ ਚਾਈਨਾ ਦਾ ਕੈਪੀਟਲ ਕਿਹੜਾ, ਤੁਹਾਨੂੰ ਦੱਸੀ, ਅਫਗਾਨਿਸਤਾਨ ਦਾ ਕੈਪੀਟਲ ਦੱਸੀ, ਇੰਡੀਆ ਦਾ ਦੱਸੀ, ਬੰਗਲਾਦੇਸ਼ ਦਾ ਦੱਸੀ। ਤੁਹਾਡਾ ਪਹਿਲੇ ਨੌਲੇਜ ਹੋਵੇ ਕਿ ਤੁਸੀਂ ਆਦੇ ਮੁਲਕ ਨੂੰ ਬਿਹਤਰ ਕਿਵੇਂ ਕਰਨਾ, ਨੇਬਰਿੰਗ ਕੰਟਰੀਜ਼ ਤੋਂ ਤੁਸੀਂ ਕੀ ਇੰਪੋਰਟ ਕਰ ਸਕਦੇ ਜੇ, ਐਕਸਪੋਰਟ ਕਰ ਸਕਦੇ ਜੇ, ਮੁਲਕ ਦਾ ਜਿਹੜਾ GDP ਹੈ, ਗ੍ਰੋਥ ਡੋਮੈਸਟਿਕ ਪ੍ਰੋਡਕਟ, ਉਹਨੂੰ ਕਿਵੇਂ ਇੰਪਰੂਵ ਕਰ ਸਕਦੇ ਜੇ ਸਾਰੇ। ਇਹ ਜ਼ਰੂਰੀ ਹੈ ਹੀ ਨਹੀਂ ਹੁੰਦਾ ਤੁਸੀਂ ਆ ਕੇ ਜੇ ਮੈਂ ਲੜਨਾ ਹੈ ਤਾਂ ਫਿਰ ਕਿਸੇ ਨਾਲ ਨੂੰ ਲੜ ਲਓ ਤੁਸੀਂ ਜੀ। ਬਸ ਜੀ ਇੱਕ ਲਾਸਟ ਮੈਸੇਜ ਦੇ ਦਿਓ ਆਦੇ ਫਾਲੋਅਰਾਂ ਤੇ ਸਾਡੇ ਫਾਲੋਅਰਾਂ ਵਾਸਤੇ, ਇੱਕ ਲਾਸਟ। ਵੇਖੋ ਹੰਜ਼ਲਨਾ ਦੀ ਏਜ ਹੈ ਆਲਮੋਸਟ 18 ਇਅਰਸ। ਇਹ ਬੱਚਾ 18 ਸਾਲ ਦਾ ਹੋ ਤੇ ਇਤਨੀ ਕੋਸ਼ਿਸ਼ ਕਰਦਾ ਪਿਆ, ਵਲੌਗਸ ਬਣਾਉਂਦਾ ਪਿਆ। ਮੈਂ ਚਾਹਨਾ ਕਿ ਤੁਸੀਂ ਸਾਰੇ ਨੂੰ ਸਪੋਰਟ ਕਰੋ, ਜਿਤਨੇ ਫਾਲੋਅਰਸ ਮੇਰੇ ਨੇ ਜਾਂ ਇਹਨਾਂ ਦੇ ਨੇ, ਜੋ ਤਾਂ ਕਿ ਥੋੜਾ ਮਜ਼ੀਦ ਆਦੇ ਕੰਮ ਨੂੰ ਬਿਹਤਰ ਕਰ ਸਕੇ। ਇਨਸਾਨ ਕੋਸ਼ਿਸ਼ ਕਰਦਾ ਤਾਂ ਬਿਹਤਰ ਹੁੰਦਾ ਹੈ। ਤੇ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਮੈਂ ਚਾਹਨਾ ਹਰ ਨੌਜਵਾਨ ਕੈਮਰਾ ਫੋਨ ਲੈ ਤੇ ਸਾਹਮਣੇ ਆਵੇ ਤੇ ਆਦੇ ਜਿਹੜੇ ਮਸਾਇਲ ਨੇ ਉਹਨਾਂ ਨੂੰ ਅੱਗੇ ਉਜਾਗਰ ਕਰੇ ਤੇ ਅੱਲਾਹ ਇਹਨਾਂ ਨੂੰ ਸਲਾਮਤ ਰੱਖੇ, ਇਸਤਕਾਮਤ ਦੇਵੇ ਇਸ ਕੰਮ ਦੀ ਮਜ਼ੀਦ। ਹਾਂਜੀ, ਆਪਣੇ ਨਾਲ ਹੈਗੇ ਸਨ ਮੀਆਂ ਮੁਰਾਦ ਮਲਕੋਕਾ ਸਾਹਿਬ, ਜਿਨ੍ਹਾਂ ਨੇ ਆਪਾਂ ਨੂੰ ਟਾਈਮ ਦਿੱਤਾ। ਆਪਾਂ ਇਹਨਾਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਕਰਨੇ ਕਿ ਇਹਨਾਂ ਨੇ ਆਪਣਾ ਕੀਮਤੀ ਵਕਤ ਇੱਕ ਸਾਈਡ ਤੋਂ ਕਰੀ ਪਾ ਬੇਟਾ। ਹਾਂਜੀ, ਆਪਣੇ ਨਾਲ ਹੈਗੇ ਸਨ ਮੀਆਂ ਮੁਰਾਦ ਮਲਕੋਕਾ ਸਾਹਿਬ, ਜਿਨ੍ਹਾਂ ਨਾਲ ਆਪਾਂ ਗੱਪਸ਼ਪ ਲਾਈ ਤੇ ਆਪਾਂ ਉਹਨਾਂ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਨੇ ਕਿ ਇਹਨਾਂ ਨੇ ਆਪਣਾ ਕੀਮਤੀ ਵਕਤ ਆਪਾਂ ਨੂੰ ਦਿੱਤਾ। ਆਪਾਂ ਇਹਨਾਂ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਨੇ। ਸ਼ੁਕਰੀਆ ਤੁਹਾਡਾ, ਤੁਸੀਂ ਆਏ ਜੀ। ਅੱਲਾਹ ਤੁਹਾਨੂੰ ਸਲਾਮਤ ਰੱਖੇ। ਸਭ ਬਹੁਤ